ਕੁਝ ਸਮਾਂ ਆਓ ਮਹਾਰਾਜ ਜੀ ਦੀ ਕਥਾ ਵਿੱਚ ਹੁਣ ਚਿੱਤ ਜੋੜਨਾ ਹੈ। ਗੁਰੂ ਜੀ ਦੀ ਕਥਾ ਮਨੁੱਖ ਨੂੰ ਬਹੁਤ ਸੁੱਖ ਪ੍ਰਦਾਨ ਕਰਦੀ ਹੈ। ਸਤਿਗੁਰੂ ਜੀ ਦੀ ਕਥਾ, ਸਤਿਗੁਰੂ ਜੀ ਦੀ ਬਾਣੀ ਦੀ ਕਥਾ ਮਨੁੱਖ ਨੂੰ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚਾ ਦਿੰਦੀ ਹੈ। ਸਤਿਗੁਰੂ ਜੀ ਦੀ ਇਹ ਮਹਾਨ ਪਵਿੱਤਰ ਕਥਾ ਆਤਮਾ ਨੂੰ ਸੁੱਖ ਪ੍ਰਦਾਨ ਕਰਦੀ ਹੈ। ਸੋ ਆਓ ਬੜੇ ਪਿਆਰ ਨਾਲ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਆਓ ਸਾਰੇ ਸਾਂਝੀ ਕਰੀਏ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਭਾਇਮਾਨ ਹਨ। ਕਾਂਸ਼ੀ ਤੋਂ ਦੋ ਵਿਦਵਾਨ ਪੰਡਿਤ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਪਹੁੰਚੇ। ਜਿਵੇਂ ਜਿਵੇਂ ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ, ਸਾਧ ਸੰਗਤ ਜੀ ਉਹ ਸਾਰੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੂੰ ਸਹਿਸਕ੍ਰਿਤੀ ਬਾਣੀ ਜਿਹੜੀ ਹੈ ਸੁਣਾ ਕਰਕੇ ਨਿਹਾਲ ਕਰ ਦਿੱਤਾ ਹੈ। ਦੋਵੇਂ ਨਿਹਾਲ ਹੋ ਗਏ ਹੈ। ਮਹਾਰਾਜ ਜੀ ਦੇ ਚਰਨ ਫੜ ਲਏ ਹੈ। ਗਰੀਬ ਨਵਾਜ ਜੀ ਦੀ ਬੜੀ ਸਿਫਤ ਕੀਤੀ ਹੈ। ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਦੋਵੇਂ ਮਹਾਰਾਜ ਨੂੰ ਕਹਿ ਰਹੇ ਹਨ, ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸੋਝੀ ਹੋ ਗਈ ਹੈ। ਸੱਚੇ ਪਾਤਸ਼ਾਹ ਆਪ ਖੁਦ ਪਰਮੇਸ਼ਰ ਦਾ ਰੂਪ ਹੋ। ਮਹਾਰਾਜ ਆਪ ਖੁਦ ਪਰਮੇਸ਼ਰ ਹੋ। ਆਪ ਖੁਦ ਅੰਤਰਜਾਮੀ ਪੁਰਖ ਭਗਵਾਨ ਹੋ। ਮਹਾਰਾਜ ਹੇ ਗੁਰੂ ਅਰਜਨ ਦੇਵ ਮਹਾਰਾਜ, ਮਹਾਰਾਜ ਜਿਹਦੇ 'ਤੇ ਆਪ ਕਿਰਪਾ ਕਰਦੇ ਹੋ ਸੱਚੇ ਪਾਤਸ਼ਾਹ ਉਹਨੂੰ ਫਿਰ ਐਸੀ ਬਖਸ਼ਿਸ਼ ਆਪ ਜੀ ਕਰ ਦਿੰਦੇ ਹੋ, ਉਹ ਆਪ ਜੀ ਦੇ ਰੂਪ ਦੀ ਪਛਾਣ ਕਰ ਲੈਂਦਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਉਹਨਾਂ ਉੱਤੇ ਖੁਸ਼ ਹੋਏ ਹੈ। ਮਹਾਰਾਜ ਜੀ ਨੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੂੰ ਆਖਿਆ, ਭਾਈ ਅਸੀਂ ਤੁਹਾਡੇ 'ਤੇ ਖੁਸ਼ ਹਾਂ, ਕੁਝ ਮੰਗ ਲਵੋ। ਅਤੇ ਦੋਵੇਂ ਮਹਾਰਾਜ ਜੀ ਦੇ ਕੋਲੋਂ ਫਿਰ ਕੀ ਮੰਗਦੇ ਹੈ। ਸਾਧ ਸੰਗਤ ਜੀ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀਗਾ। ਹਰੀ ਲਾਲ ਅਤੇ ਕ੍ਰਿਸ਼ਨ ਲਾਲ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ, ਗਰੀਬ ਨਵਾਜ ਮਹਾਰਾਜ ਜੇ ਆਪ ਜੀ ਸਾਡੇ 'ਤੇ ਖੁਸ਼ ਹੋ ਅਤੇ ਆਪ ਸਾਡੇ 'ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਸਾਡਾ ਭਰੋਸਾ ਜਿਹੜਾ ਹੈ ਨਾ ਉਹ ਆਪ ਜੀ ਦੇ ਉੱਤੇ ਪੱਕਾ ਹੋ ਜਾਵੇ। ਮਹਾਰਾਜ ਸਾਡਾ ਭਰੋਸਾ ਨਾ ਡੋਲੇ। ਸਾਧ ਸੰਗਤ ਜੀ ਇਹ ਸਾਨੂੰ ਹੀ ਸਿੱਖਿਆ ਹੈ। ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ। ਇਤਿਹਾਸ ਵਿੱਚ ਜਦੋਂ ਐਸੇ ਗੁਰਸਿੱਖ ਆ ਕੇ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਕਰਦੇ ਹੈ, ਬੇਨਤੀਆਂ ਕਰਦੇ ਹੈ, ਤਰਲੇ ਲੈਂਦੇ ਹੈ, ਸਾਨੂੰ ਵੀ ਜਾਚ ਆਉਂਦੀ ਹੈ ਕਿਵੇਂ ਮਹਾਰਾਜ ਜੀ ਦੇ ਹਜ਼ੂਰ ਅਰਦਾਸ ਕਰਨੀ ਹੈ। ਜਿਹੜਾ ਭਰੋਸਾ ਹੈ ਨਾ ਸਾਧ ਸੰਗਤ ਜੀ ਇਹਨੂੰ ਕਾਇਮ ਕਰਨਾ ਬਹੁਤ ਔਖਾ ਹੁੰਦਾ ਹੈ। ਡੋਲ ਛੇਤੀ ਜਾਂਦਾ ਹੈ ਬੰਦਾ। ਗੁਰਬਾਣੀ ਵਿੱਚ ਅਰਦਾਸ ਕੀਤੀ ਹੈ। ਮਹਾਰਾਜ ਸਿੱਖਾਂ ਨੂੰ ਕਹਿੰਦੇ ਆ, ਸਿੱਖੋ ਅਰਦਾਸ ਕਰਿਆ ਕਰੋ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਣ ਤੋਂ ਬਚ ਜਾਈਏ। ਮਾਇਆ ਡੋਲੇ ਬਹੁ ਵਿਧੀ। ਮਾਇਆ ਜਿਹੜੀ ਹੈ ਨਾ ਇਹ ਜੀਵ ਨੂੰ ਜ਼ਬਰਦਸਤੀ ਡੁਲਾ ਦਿੰਦੀ ਹੈ। ਬੜੇ ਸਾਧਨ ਹੁੰਦੇ ਆ ਇਹਦੇ ਕੋਲ ਡੁਲਾਉਣ ਦੇ। ਦੋਵੇਂ ਕਹਿਣ ਲੱਗੇ, ਮਹਾਰਾਜ ਸਾਡਾ ਭਰੋਸਾ ਤੁਹਾਡੇ 'ਤੇ ਬਣਿਆ ਰਵੇ। ਮਹਾਰਾਜ ਆਪ ਸਾਡੇ 'ਤੇ ਕਿਰਪਾ ਕਰ ਦਿਓ। ਸੱਚੇ ਪਾਤਸ਼ਾਹ ਆਪ ਜੀ ਦੇ ਸੋਹਣੇ ਚਰਨ ਸਾਡੇ ਹਿਰਦੇ ਵਿੱਚ ਵਸ ਜਾਣ। ਸੱਚੇ ਪਾਤਸ਼ਾਹ ਆਪ ਸਾਡੇ ਉੱਤੇ ਇਹ ਕਿਰਪਾ ਕਰ ਦਿਓ। ਗੁਰੂ ਅਰਜਨ ਦੇਵ ਮਹਾਰਾਜ ਆਪ ਕਿਰਪਾ ਕਰੋ। ਮਹਾਰਾਜ ਦਿਨ ਰਾਤ ਹੀ ਅਸੀਂ ਵਾਹਿਗੁਰੂ ਦੇ ਗੁਣ ਗਾਇਆ ਕਰੀਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣੇ ਹੈ
ਮਹਾਰਾਜ ਹਰੀ ਲਾਲ ਤੇ ਕ੍ਰਿਸ਼ਨ ਲਾਲ ਉੱਤੇ ਪ੍ਰਸੰਨ ਹੋਏ ਹੈ। ਸਾਰੀ ਕਥਾ ਆਪ ਜੀ ਨੇ ਸਰਵਣ ਕੀਤੀ ਸੀ। ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ 3 ਵਾਰ ਕਿਹਾ ਹੈ, ਭਾਈ ਗੁਰਦਾਸ ਜੀ ਤੁਸੀਂ ਵੀ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ ਹੋ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਜਿੱਥੇ ਮਾਲਕ ਹੋਣ ਨਾ ਨੌਕਰ ਹੇਠਾਂ ਹੀ ਬਹਿੰਦੇ ਆ। ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਧੁਰ ਕੀ ਬਾਣੀ ਹੈ। ਮਹਾਰਾਜ ਮੈਂ ਧੁਰ ਕੀ ਬਾਣੀ ਦੀ ਬਰਾਬਰੀ ਮੇਰੀਆਂ ਗੱਲਾਂ ਕਿਵੇਂ ਕਰ ਸਕਦੀਆਂ ਹਨ। ਮਹਾਰਾਜ ਬਹੁਤ ਖੁਸ਼ ਹੋਏ ਆ ਭਾਈ ਗੁਰਦਾਸ ਜੀ ਉੱਤੇ। ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਭਾਈ ਗੁਰਦਾਸ ਜੀ ਤੁਹਾਡੀ ਬਾਣੀ ਵੀ ਫਿਰ ਸਿੱਖਾਂ ਨੂੰ ਬੜਾ ਫਲ ਦਿਆ ਕਰੇਗੀ। ਜਿਹੜੇ ਸਿੱਖ ਤੁਹਾਡੀ ਬਾਣੀ ਪ੍ਰੇਮ ਨਾਲ ਪੜ੍ਹਨਗੇ ਉਹਨਾਂ ਦੇ ਮਨ ਵਿੱਚ ਸ਼ਰਧਾ ਪੈਦਾ ਹੋਏਗੀ, ਸਿੱਖੀ ਪੈਦਾ ਹੋਏਗੀ, ਪਿਆਰ ਪੈਦਾ ਹੋਏਗਾ। ਸੋ ਸੰਗਤ ਜੀ, ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਜਿੱਥੇ ਸਾਡੀ ਬਾਣੀ ਦਾ ਕੀਰਤਨ ਹੋਵੇਗਾ ਭਾਈ ਗੁਰਦਾਸ ਜੀ, ਉੱਥੇ ਤੁਹਾਡੀ ਬਾਣੀ ਦਾ ਵੀ ਕੀਰਤਨ ਹੋਇਆ ਕਰੇਗਾ। ਸੋ ਇੱਥੋਂ ਤੱਕ ਪ੍ਰਸੰਗ ਸਰਵਣ ਕੀਤਾ। ਹੁਣ ਅੱਗੋਂ ਸੁਰਤੀਆਂ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਜੋੜੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਗਤ ਬਿਰਾਜਤ ਨਿਕਟ ਗੁਰ, ਦਰਸ਼ਨ ਤੇ ਸੁਖ ਪਾਏ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਰਾਮਸਰ ਦੀ ਧਰਤੀ ਤੇ ਸੁਭਾਏਮਾਨ ਹਨ। ਸੰਗਤ ਜੀ ਜਦੋਂ ਮੌਕਾ ਮਿਲੇ ਰਾਮਸਰ ਜੀ ਦੀ ਧਰਤੀ ਤੇ ਜ਼ਰੂਰ ਜਾ ਕੇ ਨਮਸਕਾਰ ਕਰਿਆ ਕਰੋ। ਬੜੇ ਬੜੇ ਕੌਤਕ ਜਿਹੜੇ ਆ ਨਾ ਉਹ ਰਾਮਸਰ ਜੀ ਦੀ ਧਰਤੀ ਉੱਤੇ ਵਰਤੇ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਰਾਮਸਰ ਜੀ ਦੀ ਧਰਤੀ ਤੇ ਬਿਰਾਜਮਾਨ ਨੇ। ਜਿਹੜੇ ਭਗਤ ਨੇ ਨਾ, ਭਗਤ ਫਰੀਦ ਜੀ, ਭਗਤ ਕਬੀਰ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਨਾਮਦੇਵ ਜੀ, ਭਗਤ ਜਨ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਤੇ ਭਗਤ ਵੀ ਜਦੋਂ ਆਪ ਪ੍ਰਤੱਖ ਹਰ ਪਰਮੇਸ਼ਰ ਸਵਰੂਪ ਖੁਦ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ ਆ ਨਾ, ਭਗਤਾਂ ਦੇ ਮਨ ਨੂੰ ਵੀ ਬੜਾ ਸੁੱਖ ਮਿਲਦਾ ਹੈ, ਬੜੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਮਨ ਹੋ ਸ਼ਾਂਤ ਚਿਤ ਸ਼ਿਵ ਥਰਿਓ, ਬੀਚ ਮੁਨਨ ਸਮੁਦਾਏ। ਕਵਿਰਾਜ ਲਿਖਦੇ ਕਹਿੰਦੇ ਜਿਵੇਂ ਮਾਨੋ ਸ਼ਾਂਤ ਚਿੱਤ ਮੁਨੀ ਜਿਹੜੇ ਹੁੰਦੇ ਆ ਨਾ, ਜਿਹੜੇ ਡੋਲਦੇ ਨਹੀਂ ਹੈ, ਸ਼ਾਂਤ ਰਹਿੰਦੇ ਆ, ਭਜਨ ਕਰਦੇ ਆ, ਉਹਨਾਂ ਵਿੱਚ ਫਿਰ ਮੁਨੀਆਂ ਦੇ ਸਿਰਮੌਰ ਸ਼ਿਵ ਜੀ ਬੈਠਦੇ ਆ। ਕਹਿੰਦੇ ਇਸੇ ਤਰ੍ਹਾਂ ਆਸੇ ਪਾਸੇ ਭਗਤ ਬੈਠ ਕੇ ਦਰਸ਼ਨ ਕਰਦੇ ਆ ਤੇ ਭਗਤਾਂ ਦੇ ਸਿਰਮੌਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਬੈਠ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਆ। ਭਗਤ ਬਹੁਤ ਪ੍ਰੇਮ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਆਤਮਿਕ ਸੁੱਖ ਪ੍ਰਾਪਤ ਕਰਦੇ ਆ। ਸਵਈਆ ਛੰਦ ਮਨ ਹੋ ਗਿਆਨ ਨਿਜ ਤਨ ਧਰ ਬੈਠਿਓ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਕੀ ਹਨ? ਕਵਿਰਾਜ ਲਿਖਦੇ ਆ, ਕਹਿੰਦੇ ਰਾਮਸਰ ਜੀ ਦੀ ਧਰਤੀ ਤੇ ਮਹਾਰਾਜ ਬੈਠੇ ਆ, ਆਸੇ ਪਾਸੇ ਮਹਾਰਾਜ ਜੀ ਦੇ ਭਗਤ ਬੈਠੇ ਹੋਏ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਇਸ ਤਰ੍ਹਾਂ ਲੱਗਦੇ ਆ ਜਿਵੇਂ ਗਿਆਨ ਨੇ ਸਰੀਰ ਧਾਰਨ ਕੀਤਾ ਹੋਵੇ, ਬ੍ਰਹਮ ਗਿਆਨ ਨੇ ਸਰੀਰ ਧਾਰਨ ਕੀਤਾ ਹੋਵੇ। ਭੱਟ ਜੀ ਲਿਖਦੇ ਆ ਨਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹਾਂਜੀ। ਸਤਿਗੁਣ ਨਿਕਟ ਭਗਤ ਇਸ ਭਾਏ। ਤੇ ਸ਼ੁਭ ਗੁਣਾਂ ਵਾਲੇ ਭਗਤ ਜਿਨ੍ਹਾਂ ਵਿੱਚ ਬੜੇ ਸ਼ੁਭ ਗੁਣ ਨੇ, ਨਿਮਰਤਾ ਵਾਲੇ, ਪ੍ਰੇਮ ਵਾਲੇ ਜਿਹੜੇ ਭਗਤ ਹਨ, ਉਹ ਮਹਾਰਾਜ ਜੀ ਦੇ ਲਾਗੇ ਬੈਠੇ ਬਹੁਤ ਫੱਬਦੇ ਹਨ। ਸ਼੍ਰੀ ਅਰਜਨ ਦਰਸ਼ਨ ਜਨ ਅੰਮ੍ਰਿਤ। ਮਾਨੋ ਗੁਰੂ ਅਰਜਨ ਦੇਵ ਸਾਹਿਬ ਆਪ ਪ੍ਰਤੱਖ ਹਰ ਪਰਮੇਸ਼ਰ ਜੀ ਦੇ ਜਿਹੜੇ ਦਰਸ਼ਨ ਨੇ ਨਾ, ਉਹ ਅੰਮ੍ਰਿਤ ਨੇ, ਅੰਮ੍ਰਿਤ ਹੈ। ਹਾਂਜੀ। ਪੁੱਟਨ ਬਿਲੋਚਨ ਪੀਵਤ ਜਾਏ। ਇਹਨਾਂ ਭਗਤਾਂ ਦੇ ਅੱਖਾਂ ਕੀ ਨੇ? ਡੂਨਿਆਂ ਦੀ ਨਿਆਈ ਨੇ। ਉਹ ਆਪਣੇ ਅੱਖਾਂ ਰੂਪੀ ਡੂਨਿਆਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਕਰਕੇ ਆਤਮਿਕ ਸੁੱਖ ਪ੍ਰਾਪਤ ਕਰਦੇ ਆ। ਸੰਗਤ ਜੀ ਚੇਤਾ ਰੱਖਿਓ, ਗੁਰੂ ਅਰਜਨ ਦੇਵ ਮਹਾਰਾਜ ਤਾਂ ਬਹੁਤ ਵੱਡੇ ਹਨ ਨਾ,
ਗੱਜ ਕੇ ਆਖੋ ਵਾਹਿਗੁਰੂ ਗੱਜ ਕੇ। ਵਾਹਿਗੁਰੂ। ਗੁਰੂ ਅਰਜਨ ਸਾਹਿਬ ਤਾਂ ਬਹੁਤ ਵੱਡੇ ਨੇ। ਕੋਈ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਹੋਵੇ ਨਾ, ਉਹਦੇ ਹੀ ਦਰਸ਼ਨ ਕਰ ਕਰਕੇ ਆਮ ਜਗਿਆਸੂ ਦੀ ਆਤਮਾ ਨੂੰ ਸੁੱਖ ਮਿਲੀ ਜਾਂਦਾ ਹੈ ਜੀ। ਜਪਦਾ ਹੋਵੇ ਨਾਮ ਬੰਦਾ, ਅੰਦਰ ਨਾਮ ਦੀ ਕਣੀ ਹੋਵੇ, ਉਹਦੇ ਵੱਲ ਵੇਖ ਵੇਖ ਕੇ ਬੰਦੇ ਦਾ ਭਲਾ ਹੋ ਜਾਂਦਾ ਹੈ। ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਆ, ਗੁਨਾਹ ਉਸਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰ। ਉਸ ਬੰਦੇ ਦੇ ਗੁਨਾਹ ਕੀਤੇ ਹੋਏ ਪਾਪ ਸਭ ਮੁਆਫ ਹੋ ਜਾਂਦੇ ਆ। ਕਿਸ ਦੇ? ਜਿਹੜਾ ਹੈ ਵਾਹਿਗੁਰੂ ਤੇਰੇ ਪਿਆਰਿਆਂ ਦੇ ਦਰਸ਼ਨ ਕਰ ਲੈਂਦਾ ਹੈ ਜੀ। ਇੱਥੇ ਤੇ ਮਹਾਰਾਜ ਦੇ ਸਿੱਖਾਂ ਦੇ ਦਰਸ਼ਨਾਂ ਦਾ ਹੀ ਬੜਾ ਵੱਡਾ ਪ੍ਰਤਾਪ ਹੈ। ਨਾਮ ਜਪਣ ਵਾਲਿਆਂ ਦੇ ਦਰਸ਼ਨਾਂ ਦਾ ਬੜਾ ਵੱਡਾ ਪ੍ਰਤਾਪ ਹੈ। ਤੇ ਕਵਿਰਾਜ ਲਿਖਦੇ, ਕਹਿੰਦੇ ਖੁਦ ਗੁਰੂ ਅਰਜਨ ਦੇਵ ਜੀ ਰਾਮਸਰ ਦੀ ਧਰਤੀ ਤੇ ਬੈਠਦੇ ਆ, ਪ੍ਰੇਮੀ ਦਰਸ਼ਨ ਕਰਦੇ ਆ, ਭਗਤ ਆ ਕੇ ਬੜਾ ਸੁੱਖ ਮਿਲਦਾ ਉਹਨਾਂ ਨੂੰ। ਨਹਿ ਤ੍ਰਿਪਤੈ ਹਿਤ ਕਰ ਢਿੱਗ ਬੈਠੈ। ਕਹਿਣ ਲੱਗੇ ਫਿਰ ਰੱਜਦੇ ਹੀ ਨਹੀਂ ਭਗਤ ਦਰਸ਼ਨ ਕਰ ਕਰਕੇ। ਕਾਰਨ ਜਿਸ ਪਰਮੇਸ਼ਰ ਦੀ ਉਹਨਾਂ ਨੇ ਭਗਤੀ ਕੀਤੀ ਹੈ, ਉਸੇ ਪਰਮੇਸ਼ਰ ਦਾ ਸਰਗੁਣ ਸਰੂਪ ਨੇ ਗੁਰੂ ਅਰਜਨ ਦੇਵ ਜੀ। ਦਰਸ਼ਨ ਕਰਦੇ ਆ, ਦਰਸ਼ਨ ਕਰ ਕਰਕੇ ਰੱਜਦੇ ਹੀ ਨਹੀਂ, ਲਾਗੇ ਹੀ ਬੈਠੇ ਰਹਿੰਦੇ ਹਨ। ਸੁਨਹਿ ਬਚਨ ਤਿਉ ਤਿਉ ਹਰਿ ਖਾਏ। ਤੇ ਮਹਾਰਾਜ ਦੇ ਮੁਖੋਂ ਨਾ ਬਾਣੀ ਸੁਣਦੇ ਆ ਭਗਤ। ਜਿਉਂ ਜਿਉਂ ਬਾਣੀ ਸੁਣਦੇ ਆ, ਤਿਉਂ ਤਿਉਂ ਸਾਧ ਸੰਗਤ ਜੀ ਉਹ ਸੁੱਖ ਪਾਉਂਦੇ ਆ, ਤਿਉਂ ਤਿਉਂ ਖੁਸ਼ ਹੁੰਦੇ ਆ। ਇਹ ਉਹ ਭਗਤ ਨੇ ਜਿਹੜੇ ਸਰੀਰ ਤਿਆਗ ਚੁੱਕੇ ਨੇ। ਸਰੀਰ ਕਰਕੇ ਨਹੀਂ ਹਨ, ਆਤਮਕ ਰੂਪ ਕਰਕੇ ਮਹਾਰਾਜ ਕੋਲ ਆਏ ਰਹੇ ਸਾਰੇ। ਹਾਂਜੀ। ਮਹਾ ਸੁਸ਼ੀਲ ਪ੍ਰੇਮ ਪਰ ਪੂਰਨ। ਹਜੂਰ ਮਹਾਰਾਜ ਗਰੀਬ ਨਵਾਜ ਮਹਾ ਸੁਸ਼ੀਲ ਹਨ। ਐ ਖੁਦ ਪਰਮੇਸ਼ਰ ਦਾ ਰੂਪ ਹਨ। ਪ੍ਰਭ ਸਿਮਰਨ ਉਪਦੇਸ਼ ਬਤਾਏ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਫਿਰ ਬਾਣੀ ਉਚਾਰਦੇ ਆ, ਜਿਹਦੇ ਵਿੱਚ ਸਿੱਖਾਂ ਨੂੰ ਸਿਮਰਨ ਕਰਨ ਦਾ ਹੁਕਮ ਕੀਤਾ ਹੈ। ਗੱਜ ਕੇ ਆਖੋ ਵਾਹਿਗੁਰੂ। ਸਿਮਰਨ ਕਰਨ ਦਾ, ਭਜਨ ਕਰਨ ਦਾ ਹੁਕਮ ਕੀਤਾ। ਤੇ ਮਾਫ ਕਰਿਓ ਸੰਗਤ ਜੀ, ਕਹਿਣਾ ਪੈਂਦਾ ਬਾਣੀ ਤੇ ਸੁਣਦੇ ਆ, ਪਰ 5 ਮਿੰਟ ਵੀ ਬੈਠ ਕੇ ਟਿਕ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ ਜੀ। 5 ਮਿੰਟ ਵੀ। ਜਿਹੜਾ ਪੂਰੀ ਇਮਾਨਦਾਰੀ ਇਕਾਗਰਤਾ ਦੇ ਨਾਲ 5 ਮਿੰਟ ਹੀ ਲਾ ਲੇ ਨਾ ਸਾਧ ਸੰਗਤ ਜੀ, ਇਹ ਵੀ ਬਹੁਤ ਨੇ। ਪੂਰੀ ਇਕਾਗਰਤਾ ਦੇ ਨਾਲ 5 ਮਿੰਟ ਹੀ ਕਿਤੇ ਵਾਹਿਗੁਰੂ 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 ਜਪ ਲੈ, ਇਹੋ ਹੀ ਬਹੁਤ ਨੇ। ਕਿਉਂ? ਭਗਤ ਭਗਤੀ ਵਾਲੇ ਆ ਨਾ। ਤੇ ਗੁਰੂ ਅਰਜਨ ਦੇਵ ਮਹਾਰਾਜ ਭਗਤੀ ਦਾ ਉਪਦੇਸ਼ ਦਿੰਦੇ ਆ, ਸਿਮਰਨ ਦਾ ਉਪਦੇਸ਼ ਦਿੰਦੇ ਆ। ਭਗਤਾਂ ਨੂੰ ਬੜਾ ਸੁੱਖ ਮਿਲਦਾ ਹੈ। ਹਾਂਜੀ। ਲਖਿਓ ਸਮਾਂ ਤਬ ਬਿਦਾ ਭਗਤ ਹੋਏ, ਆਪਣੇ ਆਪਣੇ ਥਾਨ ਪਿਆਨ। ਸੋ ਸਾਧ ਸੰਗਤ ਜੀ, ਭਗਤਾਂ ਨੇ ਬਾਣੀ ਜਿਹੜੀ ਉਹ ਲਿਖਾ ਦਿੱਤੀ ਮਹਾਰਾਜ ਨੂੰ ਸਾਰੀ ਦੀ ਸਾਰੀ। ਭਗਤ ਬਾਣੀ ਲਿਖੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਭਗਤਾਂ ਨੇ ਵੇਖਿਆ ਸਾਡਾ ਕਾਰਜ ਹੋ ਗਿਆ, ਗੁਰੂ ਜੀ ਦੇ ਦਰਸ਼ਨ ਹੋ ਗਏ। ਜਾਣਦਾ ਤੇ ਨਹੀਂ ਜੀ ਕਰਦਾ, ਪਰ ਫਿਰ ਭਗਤ ਮੁੜ ਸੱਚਖੰਡ ਨੂੰ ਚਲੇ ਗਏ ਜੀ। ਫਿਰ ਜੀ ਚਲੇ ਗਏ ਆਪਣੀ ਆਪਣੀ ਥਾਂ ਤੇ, ਜਿੱਥੇ ਜਿੱਥੇ ਜਿਹਨੂੰ ਜਿਹਨੂੰ ਸੱਚਖੰਡ ਵਿੱਚ ਜਗ੍ਹਾ ਮਿਲੀ ਹੈ। ਹਾਂਜੀ। ਪੁੰਨ ਆਏ ਸਭ ਵੇਦ ਦੇਹ ਧਰ, ਸ਼੍ਰੀ ਅਰਜਨ ਕੋ ਬੰਧਨ ਠਾਨ। ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ। 4 ਵੇਦ ਨੇ, 4 ਵੇਦ ਕਹਿੰਦੇ। ਫਿਰ 4 ਵੇਦ ਜਿਹੜੇ ਆ ਉਹ ਬੰਦਿਆਂ ਦਾ, ਮਨੁੱਖਾਂ ਦਾ ਸਰੀਰ ਧਾਰਨ ਕਰਕੇ ਗੁਰੂ ਅਰਜਨ ਦੇਵ ਜੀ ਕੋ ਆਏ ਨੇ ਜੀ। ਹਾਂਜੀ। ਚਾਹਤ ਭੇ ਗੁਰ ਕਰਿਓ ਸੋ ਚਿਤ ਮੈਂ, ਅਨਕ ਭਾਂਤ ਕੀ ਉਸਤਤ ਠਾਨ। ਪਤਾ ਕਿਉਂ ਆਏ ਆ? ਉਹ ਮਹਾਰਾਜ ਸਤਿਗੁਰੂ ਜੀ ਦੀ ਉਸਤਤੀ ਕਰਨ ਆਏ ਆ, ਵਡਿਆਈ ਕਰਨ ਵਾਸਤੇ ਆਏ ਆ ਵੇਦ। ਹਾਂਜੀ। ਜਿਸ ਕਾਰਨ ਅਵਤਰੇ ਜਗਤ ਮਹਿ। ਜਿਸ ਕਾਰਨ ਗੁਰੂ ਅਰਜਨ ਦੇਵ ਮਹਾਰਾਜ ਜਗਤ ਵਿੱਚ ਆਏ ਨੇ ਸੱਚੇ ਪਾਤਸ਼ਾਹ। ਤਿਸ ਕੀ ਉਰ ਅਭਿਲਾਖ ਮਹਾਨ। ਤੇ ਹਿਰਦੇ ਵਿੱਚ ਭਗਤਾਂ ਦੀ ਅਭਿਲਾਸ਼ਾ ਹੈ ਵਾਹਿਗੁਰੂ ਵੇਦਾਂ ਦੀ। ਅਸੀਂ ਵੀ ਮਹਾਰਾਜ ਦਾ ਜਸ ਕਰੀਏ ਜੀ। ਮਹਾਰਾਜ ਬਾਣੀ 'ਚ ਲਿਖਦੇ ਨੇ,
ਵੇਦ ਵੀ ਜਸ ਗਾਉਂਦੇ ਆ ਮਹਾਰਾਜ ਦਾ। ਹਾਂਜੀ। ਸੁਨ ਸ਼ਰੋਤਨ ਸੁਖ ਪਾਏ ਕਰ, ਬੂਝੀ ਕਥਾ ਵਿਚਾਰ। ਸਰੋਤੇ ਜਦੋਂ ਕਥਾ ਸੁਣ ਰਹੇ ਆ ਬਾਬਾ ਰਾਮ ਕੋਇਰ ਦੀ ਕੋਲੋਂ, ਉਹ ਪੁੱਛਦੇ ਆ ਵੀ ਵੇਦ ਕਿਵੇਂ ਆਏ ਸਰੀਰ ਧਾਰਨ ਕਰਕੇ। ਵੇਦ ਧਰਿਓ ਨਰ ਦੇਹ ਕੋ, ਇਹ ਕਹੀਐ ਵਿਸਤਾਰ। ਭਾਈ ਰਾਮ ਕੋਇਰ ਜੀ, ਵੇਦ ਕਿਵੇਂ ਸਰੀਰ ਧਾਰਨ ਕਰਕੇ ਆਏ, ਕਿਵੇਂ ਮਹਾਰਾਜ ਦਾ ਜਸ ਕੀਤਾ, ਸਾਨੂੰ ਇਹ ਵੀ ਕਥਾ ਦੱਸ ਦਿਓ। ਹਾਂਜੀ। ਸੁਨਹੁ ਸਿੱਖ ਸਤਿਗੁਰ ਕੀ ਮਹਿਮਾ, ਜਿਸ ਤੇ ਮਨ ਬਾਂਛਤ ਫਲ ਪਾਏ। ਤੇ ਫਿਰ ਉਹ ਕਹਿਣ ਲੱਗੇ, ਫਿਰ ਸੁਣੋ ਗੁਰੂ ਸਾਹਿਬ ਜੀ ਦੀ ਮਹਿਮਾ ਸੁਣੋ, ਫਿਰ ਕਿਵੇਂ ਵੇਦ ਆਏ। ਜਿਸ ਮਹਿਮਾ ਨੂੰ ਸੁਣਨ ਨਾਲ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਹਾਂਜੀ। ਸਭ ਵੇਦਨ ਅਵਤਾਰ ਧਰਿਓ ਜਿਮ, ਸੋ ਪ੍ਰਸੰਗ ਸਭ ਦੇਹੋਂ ਸੁਨਾਏ। ਸਾਰੇ ਵੇਦਾਂ ਨੇ ਜਿਵੇਂ ਅਵਤਾਰ ਧਾਰਨ ਕੀਤਾ, ਸਰੀਰ ਧਾਰਨ ਕੀਤਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਕਹਿੰਦੇ ਮੈਂ ਉਹ ਸਾਰੀ ਕਥਾ ਹੁਣ ਕਥਨ ਕਰਾਂਗਾ। ਕਾਂਸ਼ੀ ਬਾਸ ਸੁਰਤ ਸਭ ਠਾਨਤ, ਸਭ ਵਿਦਿਆ ਕੋ ਜਹ ਸਮੁਦਾਏ। ਵੇਦ ਕਾਂਸ਼ੀ ਵਿੱਚ ਰਹਿੰਦੇ ਨੇ ਜੀ, ਗੱਜ ਕੇ ਆਖੋ ਵਾਹਿਗੁਰੂ। ਕਈਆਂ ਦੇ ਉੱਤੋਂ ਹੀ ਲੰਘ ਜਾਣੀ ਹੈ ਕਥਾ ਜੀ, ਉਹਨਾਂ ਕਹਿਣਾ ਇਹ ਕੀ ਹੈ। ਪਰ ਕਵੀ ਸੰਤੋਖ ਸਿੰਘ ਜੀ ਦੀ ਜਿਹੜੀ ਉਡਾਰੀ ਹੈ ਨਾ, ਉੱਥੇ ਹਰ ਬੰਦੇ ਦੀ ਬੁੱਧੀ ਨਹੀਂ ਪਹੁੰਚਦੀ ਜੀ। ਕਾਂਸ਼ੀ ਵਿੱਚ ਵਸਦੇ ਨੇ ਵੇਦ, 4 ਵੇਦ ਨੇ ਮੁੱਖ ਜੀ, ਕਾਂਸ਼ੀ ਵਿੱਚ ਹੀ ਪੜ੍ਹਾਏ ਜਾਂਦੇ ਆ ਜ਼ਿਆਦਾ, ਕਹਿੰਦੇ ਕਾਂਸ਼ੀ 'ਚ ਹੀ ਵਸਦੇ ਆ। ਹਾਂਜੀ। ਨਿਰਨੇ ਹੋਤ ਬ੍ਰਹਮ ਕੋ ਨਿਤ ਪ੍ਰਤ, ਪੜੈ ਵਿਚਾਰਹਿ ਬੁੱਧ ਬਿਰਧਾਏ। ਬੜੇ ਬੜੇ ਸਿਆਣੇ ਲੋਕ ਵੇਦਾਂ ਦਾ ਪਾਠ ਕਰਕੇ ਬ੍ਰਹਮ ਦਾ ਨਿਰਣੇ ਕਰਦੇ ਜੀ, ਰੱਬ ਦਾ ਨਿਰਣੇ ਕਰਦੇ ਆ। ਹਾਂਜੀ। ਬਾਸ ਕਰਤ ਇੱਕ ਸਮੈ ਵੇਦ ਤਹੈ, ਅਤਿਸ਼ੈ ਹਿਰਦੈ ਕੀਨ ਹੰਕਾਰ। ਕਹਿੰਦੇ ਕਾਂਸ਼ੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਇੱਕ ਵਾਰ ਵੇਦਾਂ ਨੂੰ ਹੰਕਾਰ ਹੋ ਗਿਆ ਜੀ, ਵੇਦਾਂ ਨੂੰ ਹੰਕਾਰ ਹੋ ਗਿਆ ਜੀ। ਹਾਂਜੀ। ਨਿਰਨੋ ਹਮ ਤੇ ਹੋਤ ਬ੍ਰਹਮ ਕੋ, ਕਰੈ ਵਿਚਾਰਨ ਸਾਰ ਅਸਾਰ। ਉਹ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਆ ਸਾਡੇ ਕਰਕੇ ਹੀ ਬ੍ਰਹਮ ਦਾ ਨਿਰਣੇ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਸਾਡੇ ਤੋਂ ਹੀ ਲੋਕਾਂ ਨੂੰ ਰੱਬ ਦੀ ਜਾਣਕਾਰੀ ਮਿਲਦੀ ਹੈ, ਸਾਡੇ ਤੋਂ ਹੀ ਸੱਚ ਝੂਠ ਦਾ ਲੋਕਾਂ ਨੂੰ ਪਤਾ ਲੱਗਦਾ। ਵੇਦ ਪੜ੍ਹਨਗੇ ਤੇ ਸੋਝੀ ਮਿਲੇਗੀ। ਹਾਂਜੀ। ਨਾ ਤੁਰ ਅੰਧਕਾਰ ਬਿਸਰਤ ਹੈ। ਜੇ ਅਸੀਂ ਨਾ ਹੋਈਏ ਤੇ ਜਿਹੜੇ ਗਿਆਨੀ ਬਣੇ ਨੇ ਇਹਨਾਂ ਨੂੰ ਗਿਆਨ ਕਿਵੇਂ ਮਿਲੇ, ਅੰਧਕਾਰ ਹੀ ਹੋਵੇ ਨਾ ਧਰਤੀ ਤੇ। ਹਮ ਤੇ ਜਗਤ ਪ੍ਰਕਾਸ਼ ਉਦਾਰ। ਸਾਡੇ ਕਰਕੇ ਜਗਤ ਵਿੱਚ ਚਾਨਣ ਹੈ, ਸਾਡੇ ਕਰਕੇ ਲੋਕ ਗਿਆਨਵਾਨ ਨੇ। ਜੇ ਅਸੀਂ ਨਾ ਹੋਈਏ ਤੇ ਕਿਸੇ ਨੂੰ ਰੱਬ ਦਾ ਪਤਾ ਹੀ ਨਾ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਵੇਦਾਂ ਵਿੱਚ ਹੰਕਾਰ ਹੋ ਗਿਆ ਜੀ। ਅਗਿਆਨੀ ਮਨ ਲਹਿ ਗਿਆਨ ਕੋ, ਪਾਏ ਮੁਕਤ ਕੋ ਬੰਧਨ ਟਾਰ। ਸਾਨੂੰ ਪੜ੍ਹਦੇ ਆ ਵੇਦ, ਵੇਦਾਂ ਨੂੰ ਪੜ੍ਹਦੇ ਆ ਲੋਕ, ਅਗਿਆਨੀਆਂ ਨੂੰ ਵੀ ਗਿਆਨ ਮਿਲਦਾ, ਲੋਕਾਂ ਨੂੰ ਮੁਕਤੀ ਮਿਲਦੀ ਹੈ। ਹਾਂਜੀ। ਪਾਰ ਬ੍ਰਹਮ ਨੇ ਲਖ ਵੇਦਨ ਗਤ, ਜਿਨ ਕੇ ਭਇਓ ਹੰਕਾਰ ਵਿਕਾਰ। ਕਹਿੰਦੇ ਫਿਰ ਕਰਤਾ ਪੁਰਖ ਜੀ ਨੇ ਵੇਖਿਆ ਵੀ ਵੇਦਾਂ ਨੂੰ ਹੰਕਾਰ ਹੋ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਵੇਦਾਂ ਨੂੰ ਹੰਕਾਰ ਹੋ ਗਿਆ। ਇਹਨਾਂ ਨੂੰ ਇਹ ਹੈ ਵੀ ਸਾਡੇ ਕਰਕੇ ਲੋਕਾਂ ਨੂੰ ਗਿਆਨ ਮਿਲਦਾ, ਸਾਡੇ ਕਰਕੇ ਚਾਨਣ ਹੈਗਾ ਜੀ। ਹਾਂਜੀ। ਇਹੀ ਜਨਮ ਦੇ ਜਗ ਮੈਂ ਫਿਰ ਸਕਲ ਵਿਕਾਰਨ ਮੂਲ ਉਦਾਰ। ਹੰਕਾਰ ਕਰਕੇ ਬਾਰ-ਬਾਰ ਜਨਮ ਮਿਲਦਾ ਜੀ ਬੰਦੇ ਨੂੰ ਜੀ। ਮਹਾਰਾਜ ਬਾਣੀ 'ਚ ਲਿਖਦੇ ਨਾ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਜਿੰਨਿਆਂ ਦਾ ਜਨਮ ਹੁੰਦਾ ਹੈ ਹੰਕਾਰ ਕਰਕੇ ਹੀ ਹੁੰਦਾ ਜੀ। ਅਸੀਂ ਸਭ ਹੰਕਾਰ ਕਰਕੇ ਜਨਮੇ ਆ ਜੀ। ਹੰਕਾਰ ਹੋ ਗਿਆ ਵੇਦਾਂ ਨੂੰ, ਤੇ ਹੰਕਾਰ ਮੂਲ ਹੈ ਜਨਮ ਦਾ। ਹਾਂਜੀ। ਇਨ ਉਰਤੇ ਅਬ ਕਰੋ ਉਖਾਰਨ, ਕਿਰਪਾ ਸਿੰਧ ਇਸ ਵਿਦ ਉਰਧਾਰ। ਪਰਮੇਸ਼ਰ ਜੀ ਨੇ ਫਿਰ ਵਿਚਾਰ ਕੀਤੀ ਵੀ ਵੇਦਾਂ ਦਾ ਹੰਕਾਰ ਦੂਰ ਕਿਵੇਂ ਕਰਨਾ। ਇਹਨਾਂ ਨੂੰ ਤਾਂ ਹਉਮੈ ਹੋ ਗਈ ਹੈ। ਹਾਂਜੀ। ਭਾਈ ਗਗਨ ਬਾਣੀ ਤਬ ਇਨਕੋ। ਉਸ ਵੇਲੇ ਫਿਰ ਪਰਮੇਸ਼ਰ ਜੀ ਨੇ ਆਖਿਆ, ਆਕਾਸ਼ਬਾਣੀ ਹੋਈ ਵੇਦਾਂ ਨੂੰ।
ਹਾਂਜੀ ਨਰ ਸਰੀਰ ਕੋ ਲਿਹੋ ਅਵਤਾਰ। ਜਾਓ ਭਾਈ, ਤੁਸੀਂ ਹੁਣ ਮਨੁੱਖਾ ਸਰੀਰ ਧਾਰਨ ਕਰੋ। ਗੱਜ ਕੇ ਆਖੋ ਵਾਹਿਗੁਰੂ। ਮਨੁੱਖਾ ਸਰੀਰ ਧਾਰਨ ਕਰੋ, ਜਾ ਕੇ ਬੰਦੇ ਦੀ ਜੂਨ ਵਿੱਚ ਜਾਓ ਦੁਬਾਰਾ। ਹਾਂਜੀ ਤੁਮਰੇ ਉਰ ਹੰਕਾਰ ਵਿਕਾਰ ਜੋ ਨਿਸ਼ਫਲ ਕਰੋ ਜਾਨ ਇਮ ਲੇਹੋ। ਤੁਹਾਡੇ ਮਨ ਵਿੱਚ ਹੰਕਾਰ ਦਾ ਵਿਕਾਰ ਆ ਗਿਆ ਤੇ ਨਿਸ਼ਫਲ ਕਰੋ ਜਾਨ ਇਮ ਲੇਹੋ। ਤੁਸੀਂ ਹੁਣ ਮਨੁੱਖ ਦੀ ਜੂਨ ਧਾਰੋ, ਉੱਥੇ ਜਾ ਕੇ ਧਰਤੀ ਤੇ ਵਿਚਰੋ, ਤੁਹਾਡੇ ਮਨ ਚੋਂ ਹੰਕਾਰ ਨਿਕਲੇਗਾ ਜੀ। ਹਰਜੂ ਅਹੰਕਾਰ ਨਾ ਪਾਵਈ। ਹਾਂਜੀ ਗੁਰ ਬਿਨ ਹਿਰਦੈ ਪ੍ਰਕਾਸ਼ ਨਾ ਹੋਵਤ। ਧਰਤੀ ਤੇ ਜਾਓ ਤੇ ਤੁਸੀਂ ਵੀ ਗੁਰੂ ਧਾਰਨ ਕਰੋ। ਵੇਦ ਕਹਿੰਦੇ ਆ ਕਿ ਸਾਡੇ ਕਰਕੇ ਲੋਕਾਂ ਨੂੰ ਗਿਆਨ ਮਿਲਦਾ, ਪਰ ਪਰਮੇਸ਼ਰ ਦੇ ਬੋਲ ਹੈ, ਵੇਦਾਂ ਕਰਕੇ ਗਿਆਨ ਨਹੀਂ, ਗਿਆਨ ਗੁਰੂ ਕਰਕੇ ਹੈ। ਫਿਰ ਇਹਨਾਂ ਕਹਿਣਾ ਜੀ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਖੁਦ ਵੇਦ ਕਹਿਣਗੇ ਆ ਕੇ ਜੀ, ਕਹਿਣ ਲੱਗੇ ਚਲੋ ਜਾ ਕੇ ਗੁਰੂ ਨੂੰ ਧਾਰਨ ਕਰੋ। ਕਿਸੇ ਨੇ ਵੇਦ ਵੀ ਪੜ੍ਹਨੇ, ਵੇਦ ਪੜ੍ਹਨ ਲਈ ਵੀ ਤੇ ਗੁਰੂ ਧਾਰਨ ਕਰਨਾ ਪੈਣਾ ਨਾ ਜੀ। ਹਾਂਜੀ ਜਾਂ ਤੇ ਮੂਲ ਸਤਿਗੁਰੂ ਦੇਹੋ। ਕਹਿਣ ਲੱਗੇ ਗਿਆਨ ਦਾ ਮੁੱਖ ਕੰਮ ਜਿਹੜਾ ਹੈ ਨਾ, ਉਹ ਗੁਰੂ ਦੇ ਹੱਥ ਹੀ ਹੈ। ਗੁਰੂ ਹੀ ਗਿਆਨ ਦੇ ਸਕਦਾ ਹੈ, ਗੁਰੂ ਤੋਂ ਬਗੈਰ ਗਿਆਨ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਹਾਂ, ਗੁਰੂ ਤੋਂ ਬਗੈਰ ਕਾਹਦੀ ਸਮਝ ਆਉਣੀ ਹੈ ਜੀ। ਇਤੇ ਚਾਨਣ ਹੋਦਿਆ ਗੁਰ ਬਿਨ ਘੋਰ ਅੰਧਾਰ। ਹਾਂਜੀ ਤੁਮਰੋ ਖੇਦ ਬਿਨਸ ਕਰ ਜਾਵਹਿ, ਕਰੋ ਗੁਰੂ ਜਿਤ ਕਿਤ ਦ੍ਰਿਸ਼ਟੇ ਹੋ। ਧਰਤੀ ਤੇ ਤੁਰੋ ਫਿਰੋ ਤੇ ਜਾ ਕੇ ਗੁਰੂ ਨੂੰ ਲੱਭੋ। ਕਹਿਣ ਲੱਗੇ ਗੁਰੂ ਨੂੰ ਲੱਭੋਗੇ, ਫਿਰ ਤੁਹਾਡੀ ਹਉਮੈ ਦੂਰ ਹੋਏਗੀ, ਫਿਰ ਤੁਹਾਨੂੰ ਪਤਾ ਲੱਗੇਗਾ। ਹਾਂਜੀ ਸਤਿਗੁਰ ਬਿਨਾ ਨਾ ਸ਼ਾਂਤੀ ਪਖਿਅਤ। ਫਿਰ ਤੁਹਾਨੂੰ ਪਤਾ ਲੱਗੇਗਾ, ਜੋ ਮਰਜ਼ੀ ਬੰਦਾ ਬਣ ਜਾਵੇ, ਗੁਰੂ ਤੋਂ ਬਗੈਰ ਸ਼ਾਂਤੀ ਨਹੀਂ ਮਿਲਦੀ ਜੀ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਨਾ ਸੁਰਤੀ ਹੈ, ਨਾ ਬੁੱਧੀ ਹੈ, ਨਾ ਸ਼ਾਂਤੀ ਹੈ ਜੀ। ਤੁਸੀਂ ਕਈ ਵਾਰੀ ਵੇਖ ਲਿਓ, ਟੀਵੀ ਵੀ ਵੇਖਿਆ ਹੋਵੇ, 4-5 ਲੋਕਾਂ ਨੂੰ ਮਿਲੇ ਵੀ ਹੋਵੋ, ਕਈ ਤਰ੍ਹਾਂ ਦੇ ਖਾਣੇ ਵੀ ਖਾਦੇ ਹੋਣ, ਤੁਹਾਡਾ ਮਨ ਜਿਹੜਾ ਉਚਾਟ ਜਾਣ ਲੱਗ ਪਏਗਾ ਜੀ। ਫਿਰ ਮਨ ਨੂੰ ਸ਼ਾਂਤੀ ਪਤਾ ਕਦੋਂ ਮਿਲੇਗੀ? ਜਦੋਂ ਤੁਸੀਂ ਮਨੋ ਬਾਣੀ ਪੜੋਗੇ, ਫਿਰ ਤੁਹਾਡਾ ਮਨ ਸ਼ਾਂਤ ਹੋਏਗਾ ਜੀ। ਪਰਮੇਸ਼ਰ ਜੀ ਨੇ ਕਿਹਾ ਵੀ ਜਾਓ, ਸਤਿਗੁਰ ਬਿਨਾ ਸ਼ਾਂਤ ਨਾ ਪਈਅਤ। ਗੁਰੂ ਤੋਂ ਬਗੈਰ ਸ਼ਾਂਤੀ ਨਹੀਂ ਪੈਂਦੀ ਬੰਦੇ ਦੇ ਮਨ ਨੂੰ। ਜਾਂ ਤੇ ਬਨੋ ਸਿੱਖ ਹਿਤ ਦੇਹੋ। ਇਸ ਕਰਕੇ ਧਰਤੀ ਤੇ ਜਾ ਕੇ ਕਿਸੇ ਦੇ ਸਿੱਖ ਬਣੋ, ਕਿਸੇ ਨੂੰ ਗੁਰੂ ਧਾਰਨ ਕਰੋ। ਹਾਂਜੀ ਇੱਕ ਇੱਕ ਵੇਦ ਚਤੁਰ ਬਪ ਧਾਰੋ। ਇੱਕ ਇੱਕ ਵੇਦ 4 ਰੂਪ ਧਾਰੇ। ਕਹਿਣ ਲੱਗੇ ਇੱਕ ਇੱਕ ਵੇਦ। ਹਾਂਜੀ ਬ੍ਰਹਮਾ ਤੁਮ ਸੰਗ ਨਰ ਤਨ ਪਾਏ। ਤੇ ਬ੍ਰਹਮਾ ਜੀ ਵੀ ਤੁਹਾਡੇ ਨਾਲ ਹੀ ਜਾਣਗੇ, ਵੇਦਾਂ ਦੇ ਪਿਤਾ ਮੰਨੇ ਗਏ ਨਾ ਜੀ। ਹਾਂਜੀ ਰਕਸ਼ਕ ਸਦਾ ਹੋਤ ਜਿਤ ਕਿਤ ਇਹ। ਤੇ ਇਹ ਧਰਤੀ ਤੇ ਵੇਦਾਂ ਦੀ ਰੱਖਿਆ ਕਰਨਗੇ। ਹਾਂਜੀ ਤੁਮਰੋ ਬਿਗਨ ਸਕਲ ਬਿਨ ਸਾਏ। ਬ੍ਰਹਮਾ ਜੀ ਤੁਹਾਡੇ ਵਿਗਨਾਂ ਦਾ ਨਾਸ ਕਰਨਗੇ, ਉਹ ਵੀ ਨਾਲ ਹੀ ਜਾਣਗੇ ਧਰਤੀ ਤੇ। ਹਾਂਜੀ ਗਗਨ ਗਿਰਾ ਇਮ ਕਹਿਓ ਮੌਨ ਪੁਨ। ਇਹ ਆਕਾਸ਼ ਬਾਣੀ ਹੋਈ ਤੇ ਫਿਰ ਆਕਾਸ਼ ਬਾਣੀ ਸ਼ਾਂਤ ਹੋ ਗਈ ਜੀ। ਹਾਂਜੀ ਸੁਨ ਸਭ ਵੇਦ ਰਹੇ ਬਿਸਮਾਏ। ਵੇਦ ਹੈਰਾਨ ਹੋ ਗਏ ਵੀ ਅਸੀਂ ਤੇ ਲੋਕਾਂ ਨੂੰ ਗਿਆਨ ਦੇਣ ਵਾਲੇ ਸਾਂ। ਹਾਂਜੀ ਕਮਲਜ ਸਹਿਤ ਬਿਰਚਾਰਨ ਕਰਕੇ। ਹਾਂਜੀ ਸ਼ਿਤ ਅਵਤਰੇ ਸਰੂਪ ਬਨਾਏ। ਤੇ ਫਿਰ ਬ੍ਰਹਮਾ ਜੀ ਸਮੇਤ ਸਾਰਿਆਂ ਨੇ ਅਵਤਾਰ ਧਾਰਨ ਕੀਤਾ ਜੀ। ਵੇਦਾਂ ਨੇ ਜੀ ਧਰਤੀ ਤੇ ਆਏ ਤੇ ਬੰਦਿਆਂ ਦੀਆਂ ਜੂਨਾਂ ਲਈਆਂ ਜੀ, ਮਨੁੱਖਾਂ ਵਾਲੀਆਂ ਜੀ। ਹਾਂਜੀ ਇੱਕ ਇੱਕ ਵੇਦ ਚਤੁਰ ਬਪ ਧਾਰੇ। ਇੱਕ ਇੱਕ ਵੇਦ ਨੇ 4-4 ਰੂਪ ਧਾਰਨ ਕੀਤੇ ਜੀ। ਹਾਂਜੀ ਪ੍ਰਗਟ ਨਾਮ ਤਿਨ ਕਹੋ ਅਸੰਸ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ
ਮੈਂ ਤੁਹਾਨੂੰ ਉਹਨਾਂ ਦੇ ਨਾਮ ਦੱਸ ਦੇਣਾ। ਉਹਨਾਂ ਦੇ ਨਾਮ ਕੀ ਨੇ? ਹਾਂਜੀ, ਪੂਰਨ ਸ਼ਾਮ ਵੇਦ ਕੇ ਇਹ ਭੇ। ਕਹਿਣ ਲੱਗੇ ਜਿਹੜਾ ਪਹਿਲਾ ਹੈ ਨਾ ਸ਼ਾਮ ਵੇਦ, 4 ਵੇਦ ਨੇ ਨਾ, ਸ਼ਾਮ ਵੇਦ ਹੈ, ਯੁਜੁਰ ਵੇਦ ਹੈ, ਅਥਰਵਣ ਵੇਦ ਹੈ, ਰਿਗ ਵੇਦ ਹੈ। ਸਭ ਤੋਂ ਪਹਿਲਾਂ ਤੇ ਜਿਹੜਾ ਵੱਡਾ ਹੈ ਉਹ ਸਾਮ ਵੇਦ ਹੈ। ਗੱਜ ਕੇ ਆਖੋ ਵਾਹਿਗੁਰੂ। ਕਈ ਰਿਗ ਵੇਦ ਨੂੰ ਵੀ ਮੰਨਦੇ ਆ, ਪਰ ਸ਼ਾਮ ਵੇਦ ਨੇ ਜਿਹੜੇ ਰੂਪ ਧਾਰਨ ਕੀਤੇ ਉਹਨਾਂ ਦਾ ਇਹ ਨਾਮ ਹੈ। ਹਾਂਜੀ, ਮਥੁਰਾ ਜਾਲਪ ਬਲ ਹਰਬੰਸ। ਭੱਟ ਮਥੁਰਾ ਜੀ, ਭੱਟ ਜਾਲਪ ਜੀ, ਭੱਟ ਬਲ ਜੀ ਤੇ ਭੱਟ ਹਰਬੰਸ ਜੀ। ਹਾਂਜੀ, ਪੁੰਨ ਰਿਗ ਵੇਦ। ਫਿਰ ਰਿਗ ਵੇਦ ਦੇ ਸੁਣੋ। ਕਲਯ ਜਲ ਨਲ ਤ੍ਰੈ ਕਲ ਸਾਰ ਚੌਥੇ ਗਿਨ ਅੰਸ। ਭੱਟ ਕਲ ਜੀ, ਭੱਟ ਜਲ ਜੀ, ਭੱਟ ਨਲ ਜੀ, ਭੱਟ ਕਲਸਹਾਰ ਜੀ। ਇਹਨਾਂ ਦੀਆਂ ਬਾਣੀ ਵਿੱਚ ਨਾਮ ਆਉਂਦੇ ਜੀ। ਇਹਨਾਂ ਦੀ ਖੁਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੀ ਜੀ। ਹਾਂਜੀ, ਭਏ ਜੁਜਰ ਕੇ ਟਲਯ ਸਲਯ ਪੁਨ ਜਲਯ ਹਾਂਜੀ। ਭੱਲੇ ਉਪਜੇ ਦੇ ਜਬੰਸ। ਫਿਰ ਜੁਜੁਰਵੇਦ ਦੇ ਸੁਣੋ। ਜੁਜੁਰਵੇਦ ਦੇ ਆ ਭੱਟ ਟਲ ਜੀ। ਕਹਿੰਦੇ ਨਾ ਸੋ ਕਹੋ ਟਲ ਟਲ ਗੁਰ ਸੇਵੀ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਇਹੋ ਹੀ ਭੱਟ ਟਲ ਜੀ ਨੇ। ਭੱਟ ਟਲ ਜੀ, ਭੱਟ ਸਲ ਜੀ, ਭੱਟ ਜਲ ਜੀ ਤੇ ਭੱਟ ਭਲ ਜੀ। ਹਾਂਜੀ, ਬਾਹਰ ਅਥਰਵਣ ਦਾਸੁਰ ਕੀਰਤ। ਫਿਰ ਅਥਰਵਣ ਵੇਦ ਦਾ ਸੁਣੋ। ਭੱਟ ਦਾਸ ਜੀ ਹੋਏ ਨੇ, ਭੱਟ ਕੀਰਤ ਜੀ ਹੋਏ ਨੇ। ਹਾਂਜੀ, ਗਿਨ ਗਇੰਦ ਸਦਰੰਗ ਸੋਚਾਰ। ਤੇ ਕਹਿਣ ਲੱਗੇ ਫਿਰ ਭੱਟ ਗਯੰਦ ਜੀ ਤੇ ਭੱਟ ਸਦਰੰਗ ਜੀ ਹੋਏ ਨੇ। ਹਾਂਜੀ, ਕਮਲਾ ਸਲ ਕੋ ਭਿਖਾ ਨਾਮ ਸੋ। ਬ੍ਰਹਮਾ ਜੀ ਫਿਰ ਅਵਤਾਰ ਧਾਰਨ ਕਰਕੇ ਆਏ। ਉਹਨਾਂ ਦਾ ਨਾਮ ਭੱਟ ਭਿਖਾ ਜੀ ਪੈ ਗਿਆ ਜੀ। ਗੁਰਦਈਓ ਮਿਲਾਏ ਭਿਖਿਆ, ਜਿਵ ਤੂੰ ਰਖਹਿ ਤਿਵ ਰਹੋ। ਭੱਟ ਭਿਖਾ ਜੀ ਫਿਰ ਉਹਨਾਂ ਦਾ ਨਾਮ ਹੈ। ਹਾਂਜੀ, ਇਨ ਸਭ ਤੇ ਭਾ ਅਧਿਕ ਉਦਾਰ। ਕਹਿਣ ਲੱਗੇ ਇਹ ਸਾਰਿਆਂ ਤੋਂ ਵੱਡੇ ਸਨ ਭੱਟ ਭਿਖਾ ਜੀ। ਹਾਂਜੀ, ਵਿਪਰ ਸਰੀਰ ਭਾਟ ਭਈ ਸੰਘਿਆ। ਤੇ ਲਗਭਗ ਸਾਰਿਆਂ ਨੇ ਬ੍ਰਾਹਮਣਾਂ ਦੇ ਪਰਿਵਾਰਾਂ ਵਿੱਚ ਜਨਮ ਲਿਆ। ਹਾਂਜੀ, ਵੱਡੇ ਬੈਸ ਮੈਂ ਭੇ ਇਕਸਾਰ। ਤੇ ਉਮਰ ਵਿੱਚ ਸਾਰੇ ਵੱਡੇ ਹੋ ਗਏ ਜੀ। ਵੇਖੋ ਨਾ ਜੀ, ਮਨੁੱਖ ਦੀ ਜੂਨ ਲੈਣ ਵਿੱਚ ਬੜੇ ਦੁੱਖ ਨੇ ਜੀ। ਕਹਿਣ ਦੀਆਂ ਗੱਲਾਂ ਨੇ, ਚਲੋ ਬਾਕੀ ਜੂਨਾਂ ਵਿੱਚ ਇਹਦੀ ਸਰਦਾਰੀ ਹੈ, ਪਰ ਮਨੁੱਖ ਦੀ ਜੂਨ ਵਿੱਚ ਵੀ ਬੜੇ ਦੁੱਖ ਨੇ ਜੀ। ਪਿੱਛੇ ਜੇ ਆਇਆ ਸੀ ਨਾ ਜਦੋਂ ਸੁਖਮਨੀ ਸਾਹਿਬ ਮਹਾਰਾਜ ਨੇ ਉਚਾਰਿਆ, ਦੱਸਿਆ ਸੀਗਾ ਮਹਾਰਾਜ ਨੇ, ਬੜੇ ਦੁੱਖ ਨੇ। ਹੋਰ ਸਾਰੀਆਂ ਗੱਲਾਂ ਦਾ ਛੱਡ ਦਿਓ। ਛੋਟਾ ਜਿਹਾ ਬੱਚਾ ਜੀ, ਨਾ ਬੋਲ ਸਕਦਾ, ਨਾ ਕਿਸੇ ਨੂੰ ਗੱਲ ਹੀ ਦੱਸ ਸਕਦਾ, ਰੋ ਹੀ ਸਕਦਾ ਜੀ। ਸਾਡੀ ਜ਼ਿੰਦਗੀ ਵਿੱਚ ਇੱਕ ਜੂਨ ਐਸੀ, ਇੱਕ ਸਮਾਂ ਐਸਾ ਵੀ ਜਦੋਂ ਅਸੀਂ ਰੋ ਹੀ ਸਕਦੇ ਹਾਂ ਜੀ, ਬਸ ਜੀ। ਕਿਸੇ ਨੇ ਹਸਾਤਾ ਤੇ ਮਾੜੇ ਮੋਟੇ ਹੱਸ ਪਏ, ਨਹੀਂ ਤੇ ਨਹੀਂ ਹੱਸ ਸਕਦੇ ਜੀ। ਇਹ ਫਿਰ ਮਨੁੱਖਾਂ ਦਾ ਜਨਮ ਇਹਨਾਂ ਨੇ ਸਾਰਿਆਂ ਨੇ ਧਾਰਨ ਕੀਤਾ ਜੀ। ਹਾਂਜੀ, ਹੋਏ ਇਕੱਤਰ ਲੱਗੇ ਗੁਰ ਖੋਜਨ। ਚਾਰੇ ਵਾਹਿਗੁਰੂ ਇਹ ਸਾਰੇ ਨਾ ਜੀ ਇਕੱਠੇ ਹੋ ਕੇ ਬਚਪਨ ਤੋਂ ਭਗਤੀ ਕਰਦੇ ਸੀਗੇ ਜੀ। ਬਚਪਨ ਤੋਂ ਭਗਤੀ ਕਰਦੇ, ਅੰਦਰ ਨੂੰ ਸ਼ਾਂਤੀ ਨਹੀਂ ਸੀ ਮਿਲਦੀ ਜੀ। ਉਹ ਪਰਮੇਸ਼ਰ ਨੇ ਕਿਹਾ ਸੀ ਨਾ, ਤੁਹਾਨੂੰ ਗੁਰੂ ਤੋਂ ਬਗੈਰ ਸ਼ਾਂਤੀ ਨਹੀਂ ਮਿਲਣੀ। ਗੱਜ ਕੇ ਆਖੋ ਵਾਹਿਗੁਰੂ। ਸ਼ਾਂਤੀ ਨਹੀਂ ਮਿਲਣੀ, ਟਿਕਾਓ ਨਹੀਂ ਮਿਲਣਾ। ਫਿਰ ਭਗਤੀ ਤੇ ਸਾਰੇ ਕਰਦੇ ਸੀਗੇ, ਤੇ ਆਪ ਖੁਦ ਨਹੀਂ ਸੀ ਇਹਨਾਂ ਨੂੰ ਪਤਾ ਵੀ ਅਸੀਂ ਕੀ ਆ ਤੇ ਕੀ ਬਣ ਗਏ ਆ। ਤੁਸੀਂ ਵੇਖੋ, ਆ ਬੱਚੇ ਨੂੰ ਸ਼ਾਂਤ ਕਰਾ ਦਿਓ। ਤੁਸੀਂ ਵੇਖੋ, ਆਪਾਂ ਜਿੰਨੇ ਬੈਠੇ ਆ, ਸਾਨੂੰ ਸਾਡੇ ਪਿਛਲੇ ਜਨਮ ਦਾ ਪਤਾ ਵੀ ਸਾਡਾ ਪਿਛਲਾ ਜਨਮ ਕਿਹੜਾ ਸੀਗਾ ਜੀ। ਪਰ ਇਸ ਜਨਮ 'ਚ ਦੌੜ ਲੱਗੀ ਕਿ ਨਹੀਂ ਲੱਗੀ ਜੀ ਸਾਡੀ ਜੀ? ਪੂਰੀ ਦੌੜ ਲੱਗੀ ਜੀ ਸਾਡੀ। ਪਿਛਲਾ ਜਨਮ ਕੀ ਹੈ ਕਿਸੇ ਨੂੰ ਕੋਈ ਨਹੀਂ ਪਤਾ।
ਕਈ ਬੰਦੇ ਬੜਾ ਬੜਾ ਯਤਨ ਕਰਦੇ ਵੀ ਸਾਨੂੰ ਕਿਸੇ ਤਰੀਕੇ ਨਾਲ ਸਾਡੇ ਪਿਛਲੇ ਜਨਮ ਦਾ ਪਤਾ ਲੱਗ ਜੇ, ਪਰ ਮਹਾਰਾਜ ਕਹਿੰਦੇ ਆ ਅਗਾਹ ਕੂ ਤਰਾਗ ਪਿਛਾਹ ਫੇਰ ਨਾ ਮੋਹ ਡੜਾ। ਮਹਾਰਾਜ ਕਹਿੰਦੇ ਹੁਣ ਪਿਛੇ ਜਨਮ ਦੀ ਨਾ ਸੋਚ, ਅਗਲੇ ਜਨਮ ਦੀ ਗੱਲ ਕਰ। ਹੁਣ ਕਹਿਣ ਲੱਗੇ ਤੇ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਕਹਿ ਦਿੱਤਾ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮੇਟਣਾ ਨਾ ਜਾਈ, ਅਬ ਤੋਂ ਮੇਟਿਆ ਨਾ ਜਾਈ। ਗੱਜ ਕੇ ਆਖੋ ਵਾਹਿਗੁਰੂ। ਹੁਣ ਸਾਨੂੰ ਕੀ ਪਤਾ ਸਾਧ ਸੰਗਤ ਜੀ ਵੀ ਸਾਡਾ ਪਿਛਲਾ ਜਨਮ ਕੀ ਹੈ? ਇਹ ਫਿਰ ਬਚਪਨ ਤੋਂ ਹੀ ਸਾਰੇ ਭਗਤੀ ਵਾਲੇ ਬਣ ਗਏ, ਬਚਪਨ ਤੋਂ ਹੀ ਜੀ। ਪਰ ਇਹਨਾਂ ਨੂੰ ਕੀ ਪਤਾ ਵੀ ਅਸੀਂ ਪਿਛਲੇ ਜਨਮਾਂ 'ਚ ਕੀ ਸਾਂ? ਪਤਾ ਤੇ ਨਹੀਂ ਨਾ। ਹੁਣ ਭਗਤੀ ਸਾਰੇ ਕਰਦੇ ਆ, ਮਨ ਸ਼ਾਂਤ ਨਹੀਂ ਹੁੰਦਾ ਜੀ। ਚੇਤਾ ਰੱਖਿਓ, ਜਿੰਨਾ ਚਿਰ ਤੱਕ ਗੁਰੂ ਮਿਹਰਬਾਨ ਹੋ ਕੇ ਬੰਦੇ ਦੇ ਅੰਦਰ ਨਾਮ ਦੀ ਦਾਤ ਨਹੀਂ ਨਾ ਰੱਖ ਦਿੰਦੇ, ਉਹਨਾਂ ਚਿਰ ਤੱਕ ਸ਼ਾਂਤੀ ਨਹੀਂ ਤੇ ਮਿਲਦੀ ਜੀ, ਟਿਕਾਓ ਨਹੀਂ ਮਿਲਦਾ ਜੀ। ਹੁਣ ਉਹ ਪਿੱਛੋਂ ਖੇਡ ਸੀਗੀ, ਪਰਮੇਸ਼ਰ ਜੀ ਨੇ ਕਿਹਾ ਕਿ ਫਿਰ ਪਰਮੇਸ਼ਰ ਨੇ ਕਿਹਾ ਸੀ ਨਾ ਗੁਰੂ ਧਾਰਨਾ ਪਏਗਾ। ਫਿਰ ਇਹਨਾਂ ਦੇ ਮਨ ਵਿੱਚ ਵਿਚਾਰ ਆਈ ਵੀ ਕੋਈ ਗੁਰੂ ਧਾਰਨ ਕਰੀਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਹੋਏ ਇਕੱਤਰ ਲਗੇ ਗੁਰ ਖੋਜਨ। ਫਿਰ ਇਕੱਠੇ ਹੋ ਕੇ ਨਾ ਸਾਰੇ ਗੁਰੂ ਨੂੰ ਲੱਭਣ ਲੱਗ ਪਏ ਜੀ। ਦੇਸ਼ ਵਿਦੇਸ਼ਨ ਮਹਿ ਹਿਤ ਧਾਰ। ਗੁਰੂ ਨੂੰ ਜਦੋਂ ਲੱਭਿਆ ਤੇ ਤੁਹਾਨੂੰ ਪਤਾ ਹੈ ਪਿਛਲੇ ਜਨਮਾਂ ਦੀ ਭਗਤੀ ਬਹੁਤ ਹੈਗੀ ਆ, ਮਾੜੇ ਮੋਟੇ ਬੰਦੇ ਨੂੰ ਥੋੜਾ ਇਹਨਾਂ ਸਵੀਕਾਰ ਕਰਨਾ ਸੀਗਾ ਜੀ। ਥੋੜੀ ਭਗਤੀ ਵਾਲੇ ਤੇ ਇਹਨਾਂ ਦੀ ਸ਼ਰਧਾ ਨਹੀਂ ਸੀ ਵੱਜਣੀ। ਸਾਧ ਸੰਗਤ ਜੀ, ਸਾਨੂੰ ਕੋਈ ਗੁਰਮੁਖ ਮਿਲਦਾ ਨਾ ਸਾਡੀ ਜ਼ਿੰਦਗੀ 'ਚ, ਸਾਡੀ ਭਗਤੀ ਦੇ ਅਨੁਸਾਰ ਹੀ ਮਿਲਦਾ ਜੀ। ਜਿੰਨੀ ਕਿ ਸਾਡੀ ਭਗਤੀ ਹੁੰਦੀ ਉਹੋ ਜਿਹਾ ਗੁਰਮੁਖ ਮਿਲਦਾ ਜੀ ਸਾਨੂੰ। ਹੁਣ ਇਹ ਸੋਚਦੇ ਆ ਵੀ ਗੁਰੂ ਚਾਹੀਦਾ ਵਧੀਆ, ਗੁਰੂ ਵਧੀਆ ਲੱਭਣ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਆ, ਬੜੇ ਦੇਸ਼ਾਂ ਵਿੱਚ ਜਾਂਦੇ ਆ। ਤੇ ਸਾਧ ਸੰਗਤ ਜੀ, ਕਿਤੇ ਵੀ ਇਹਨਾਂ ਨੂੰ ਉਹੋ ਜਿਹਾ ਗੁਰੂ ਨਹੀਂ ਮਿਲਿਆ ਜੀ ਜਿਹਨੂੰ ਮਿਲ ਕੇ ਸ਼ਾਂਤੀ ਮਿਲੇ। ਭੱਟ ਖੁਦ ਬਾਣੀ 'ਚ ਲਿਖਦੇ ਆ, ਰਹਿਓ ਸੰਤ ਹੋ ਢੋਲ ਸਾਧ ਬਹੁ ਤੇਰੇ ਡਿਠੇ, ਸਨਿਆਸੀ ਤਪਸੀਏ ਮੁਖ ਹੋ ਇਹ ਪੰਡਿਤ ਮਿੱਠੇ। ਭੱਟ ਕਹਿੰਦੇ ਆ ਗੁਰੂ ਸਾਹਿਬ ਜੀ ਨੂੰ ਆ ਕੇ, ਕਹਿੰਦੇ ਮਹਾਰਾਜ ਅਸੀਂ ਸੰਤ ਬੜੇ ਲੱਭੇ, ਸਾਧ ਬੜੇ ਲੱਭੇ, ਪਰ ਨਾਮ ਸੰਤ ਤੇ ਸਾਧ ਸੀ ਪਰ ਹੈ ਨਹੀਂ ਸੀਗੇ। ਬੜੇ ਬੜੇ ਸੰਨਿਆਸੀਆਂ ਕੋਲ ਗਏ, ਬੜੇ ਬੜੇ ਤਪੀਸ਼ਰਾਂ ਕੋਲ ਵੀ ਗਏ, ਤਪ ਕਰਨ ਵਾਲਿਆਂ ਕੋਲ। ਮੂੰਹੋਂ ਤੇ ਬੜੇ ਮਿੱਠੇ ਸਨ ਪਰ ਉਹਨਾਂ ਦਾ ਜੀਵਨ ਵਧੀਆ ਨਹੀਂ ਸੀ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਮੂੰਹੋਂ ਤੇ ਮਿੱਠੇ ਸਨ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ। ਬਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚੇ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਫਿਰ ਇਹ ਸਾਧ ਸੰਗਤ ਜੀ ਬਹੁਤ ਥਾਵਾਂ ਤੇ ਗਏ, ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਲੱਭਿਆ ਜੀ। ਹਾਂਜੀ। ਪੰਥ ਜਿਤੇ ਜਗ ਬਿਖੇ ਪ੍ਰਬਿਰਤੇ, ਸਭ ਤੇ ਨਿਕਟ ਕਰਤ ਪ੍ਰਸਥਾਨ। ਜਿੰਨੇ ਪੰਥ ਨੇ ਜੋਗੀਆਂ ਦੇ ਆ, ਸੰਨਿਆਸੀਆਂ ਦੇ ਆ, ਬ੍ਰਹਮਚਾਰੀਆਂ ਦੇ ਆ, ਇਹ ਫਿਰ ਸਾਰਿਆਂ ਕੋਲ ਗਏ ਜੀ, ਪਰ ਗੱਲ ਬਣੀ ਨਹੀਂ ਕਿਤੋਂ। ਹਾਂਜੀ। ਗਿਰੀ ਪੁਰੀ ਆਦਿਕ ਸੰਨਿਆਸੀ। ਬੜੇ ਬੜੇ ਗਿਰੀ ਪੁਰੀ ਭਾਵ ਪਰਬਤਾਂ ਤੇ ਗਏ, ਪੁਰੀ ਭਾਵ ਸ਼ਹਿਰਾਂ ਵਿੱਚ ਗਏ, ਸੰਨਿਆਸੀਆਂ ਦੇ ਕੋਲੇ ਗਏ ਜੀ। ਹਾਂਜੀ। ਤਿੰਨ ਤੇ ਸੁਨਹਿ ਬੈਨ ਹਿਤ ਠਾਨ। ਉਹਨਾਂ ਦੇ ਕੋਲ ਜਾਣਾ, ਬੜੇ ਪਿਆਰ ਨਾਲ ਇਹਨਾਂ ਨੇ ਉਹਨਾਂ ਦੇ ਬਚਨ ਸੁਣਨੇ ਜੀ। ਹਾਂਜੀ। ਜੋਗ ਅਭਿਆਸੀ ਅਰ ਕੰਨ ਪਾਟੇ। ਬੜੇ ਬੜੇ ਜੋਗ ਅਭਿਆਸੀਆਂ ਕੋਲ ਗਏ, ਕੰਨ ਪਾਟੇ ਜੋਗੀਆਂ ਕੋਲ ਵੀ ਗਏ ਜੀ। ਦੋਨੋਂ ਢਿਗ ਕੀਏ ਸੰਗ ਮਹਾਨ। ਪਰ ਬੜਾ ਬੜਾ ਸੰਗ ਇਹਨਾਂ ਦਾ ਕੀਤਾ, ਗੱਲ ਬਣੀ ਨਹੀਂ ਕੋਈ ਜੀ, ਪਸੰਦ ਹੀ ਕੋਈ ਨਾ ਆਵੇ, ਸ਼ਾਂਤੀ ਨਹੀਂ ਸੀ ਨਾ ਮਿਲ ਰਹੀ ਜੀ, ਹਿਰਦੇ ਨੂੰ ਟਿਕਾਓ ਨਹੀਂ ਸੀ ਮਿਲ ਰਿਹਾ।
ਹਾਂਜੀ। ਬ੍ਰਹਮਚਾਰੀ ਤਪਸੀ ਬੈਰਾਗੀ। ਫਿਰ ਇਹ ਬੜੇ ਬੜੇ ਬ੍ਰਹਮਚਾਰੀਆਂ ਕੋਲ ਗਏ, ਬੜੇ ਬੜੇ ਤਪਸਵੀਆਂ ਦੇ ਕੋਲ ਗਏ, ਬੜੇ ਬੜੇ ਬੈਰਾਗੀਆਂ ਦੇ ਕੋਲ ਗਏ। ਹਾਂਜੀ। ਅਪਰ ਕਿਤਕ ਕੋ ਕਰੈ ਬਖਾਨ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਕਿੰਨਿਆਂ ਕੁ ਬਾਰੇ ਦੱਸਾਂ ਤੁਹਾਨੂੰ ਜਿਨ੍ਹਾਂ ਦੇ ਕੋਲੇ ਗਏ। ਸੰਮਤ ਏਕ ਫਿਰੇ ਜਗ ਖੋਜਤ। 1 ਸਾਲ ਲੱਭਦੇ ਹੀ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਖੁਦ ਲਿਖਦੇ ਬਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚੈ ਲਾਇਓ। ਸਾਲ ਲੱਭਦੇ ਰਹੇ ਪਰ ਗੱਲ ਬਣੀ ਕੋਈ ਨਹੀਂ ਜੀ। ਚੇਤਾ ਰੱਖਿਓ ਜਿਹਨੂੰ ਖੋਜ ਕਰਨ ਦੀ ਆਦਤ ਪੈ ਜਾਵੇ ਫਿਰ ਉਹ ਟਿਕਦਾ ਨਹੀਂ ਹੈ, ਫਿਰ ਉਹ ਨਹੀਂ ਟਿਕ ਸਕਦਾ ਜੀ ਜਿੰਨਾ ਚਿਰ ਤੱਕ ਉਹਨੂੰ ਉਹਦੀ ਮੰਜ਼ਿਲ ਨਹੀਂ ਲੱਭ ਜਾਂਦੀ। ਜੇ ਸਾਧਿਕ ਪਰ ਲੋਕ ਉਦਾਰ। ਕਹਿ ਨਿਜ ਬਚਨ ਸ਼ਾਂਤ ਦੇ ਚਿੱਤ ਕੋ ਐਸੋ ਕਨਹੂ ਨਹੀਂ ਨਿਹਾਰ। ਹੁਣ 1 ਸਾਲ ਲੱਭਦੇ ਰਹੇ, ਕਮਾਈ ਵਾਲੇ ਸਨ। ਕਹਿੰਦੇ ਕੋਈ ਇਹੋ ਜਿਹਾ ਨਹੀਂ ਲੱਭਦਾ ਜਿਹਦੀ ਗੱਲ ਸੁਣਦਿਆਂ ਹੀ ਮਨ ਸ਼ਾਂਤ ਹੋ ਜਾਵੇ। ਖੱਜ ਕੇ ਆਖੋ ਵਾਹਿਗੁਰੂ। ਕੋਈ ਐਸਾ ਨਹੀਂ ਲੱਭਦਾ। ਮੈਂ ਫਿਰ ਬੇਨਤੀ ਕਰਾਂ, ਜ਼ਿਆਦਾ ਕਮਾਈ ਵਾਲੇ ਨੂੰ ਥੋੜੀ ਕਮਾਈ ਵਾਲਾ ਸੰਤ ਪਸੰਦ ਨਹੀਂ ਜੇ ਆਉਂਦਾ ਜੀ। ਕਮਾਈ ਜ਼ਿਆਦਾ ਨਾ ਰੱਖ ਸਕਦੇ ਜੀ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਖ, ਬੜੇ ਅਸਥਾਨ 365 ਗੁਰਦੁਆਰੇ ਨੇ ਬਾਬਾ ਵੀਰ ਸਿੰਘ ਜੀ ਦੇ ਜੀ। ਬੜੇ ਵੱਡੇ ਜਰਨੈਲ। ਇੱਧਰ ਨੂੰ ਗੋਇੰਦਵਾਲ ਸਾਹਿਬ ਨੂੰ ਜਾਓ ਤੇ ਰਸਤੇ 'ਚ ਨੌਰੰਗਾਬਾਦ ਹੈ ਜਿਹੜਾ ਉਹਨਾਂ ਦਾ ਹੈੱਡਕੁਆਟਰ ਸੀਗਾ ਜੀ, ਜਿੱਥੇ ਰੋਜ਼ ਦੇ ਲੰਗਰ ਵਿੱਚ 1.25 ਮਣ ਲੂਣ ਪੈਂਦਾ ਸੀਗਾ ਜੀ। ਮਣ ਹੁਣ 40 ਕਿਲੋ ਦਾ ਹੁੰਦਾ ਹੈ ਜੀ। ਲਗਭਗ 1.25 ਮਣ ਦੀ ਗੱਲ ਕਰੀਏ ਤੇ 90-95 ਕਿਲੋ ਲੂਣ ਪੈਂਦਾ ਸੀਗਾ ਜੀ। ਤੇ ਲੂਣ ਦਾ ਤੇ 1/2 ਕਿਲੋ ਦਾ ਪੈਕਟ ਹੀ ਬੜਾ ਹੁੰਦਾ ਜੀ ਲੰਗਰ ਵਿੱਚ। ਅੰਦਾਜ਼ਾ ਲਾਓ ਕਿੰਨਾ ਵੱਡਾ ਲੰਗਰ ਹੋਏਗਾ। ਕਮਾਈ ਬੜੀ ਬਾਬਾ ਵੀਰ ਸਿੰਘ ਜੀ ਦੀ ਜੀ। ਤੇ ਬਾਬਾ ਵੀਰ ਸਿੰਘ ਜੀ ਨਾ ਬਚਪਨ ਦੇ ਵਿੱਚ ਭਜਨ ਕਰਦੇ ਤੇ ਮਾਂ ਝਿੜਕਾਂ ਮਾਰਦੀ ਜੀ। ਕਰਦਿਆਂ ਕਰਦਿਆਂ ਇੱਕ ਨਿਹੰਗ ਸਿੰਘ ਮਹਾਂਪੁਰਖਾਂ ਕੋ ਬਾਬਾ ਵੀਰ ਸਿੰਘ ਜੀ ਚਲੇ ਗਏ। ਉਹ ਵੀ ਕਮਾਈ ਵਾਲੇ ਸੀਗੇ। ਉਹਨਾਂ ਦਾ ਮੱਥਾ ਪੜ ਲਿਆ ਜੀ। ਚੇਤਾ ਰੱਖਿਓ ਕਮਾਈ ਵਾਲੇ ਪੁਰਸ਼ ਬਹੁਤ ਕੁਝ ਕਰ ਲੈਂਦੇ ਜੀ, ਪੱਲੇ ਹੋਵੇ ਸਹੀ ਕੁਝ ਜੀ। ਉਹਨਾਂ ਜਦੋਂ ਵੀਰ ਸਿੰਘ ਜੀ ਦਾ ਮੱਥਾ ਪੜਿਆ ਨਾ, ਕਹਿੰਦੇ ਵੀਰ ਸਿਆਂ ਤੈਨੂੰ ਸਾਡੀ ਸੰਗਤ ਦੀ ਲੋੜ ਨਹੀਂ ਹੈਗੀ, ਤੇਰੀ ਪਹਿਲਾਂ ਹੀ ਕਮਾਈ ਬਹੁਤ ਹੈਗੀ ਹੈ। ਤੂੰ ਇੱਥੇ ਰਹੇਂਗਾ, ਬੱਚੇ ਨੇ ਛੋਟੇ ਇੱਥੇ ਤੈਨੂੰ ਮਾੜਾ ਬੋਲਣਗੇ, ਉਹਨਾਂ ਦੇ ਮਾੜੇ ਕਰਮ ਬਣਨਗੇ ਤੇ ਤੂੰ ਇੱਥੋਂ ਚਲੇ ਜਾ। ਕਹਿਣ ਲੱਗੇ ਤੇਰੀ ਕਮਾਈ ਸਾਡੇ ਨਾਲੋਂ ਵੀ ਜ਼ਿਆਦਾ ਹੈਗੀ ਹੈ। ਤੇ ਬਾਬਾ ਵੀਰ ਸਿੰਘ ਛੋਟੇ ਸਨ। ਕਹਿਣ ਲੱਗੇ ਮਹਾਰਾਜ ਮਹਾਂਪੁਰਖੋ ਮੈਂ ਤੁਹਾਡੇ ਕੋਲ ਤਾਂ ਆਇਆ, ਘਰ ਜਾਵਾਂ ਤੇ ਮਾਂ ਗਾਲਾਂ ਕੱਢਦੀ ਹੈ। ਉਹ ਨਿਹੰਗ ਸਿੰਘ ਕਹਿਣ ਲੱਗੇ ਵੀ ਇਹ ਗੱਲ ਛੱਡ ਦੇ, ਮਾਂ ਗਾਲਾਂ ਕੱਢਦੀ ਹੈ। ਤੁਸੀਂ ਭਜਨ ਕਰੋ, ਇੱਕ ਨਹੀਂ ਲੱਖਾਂ ਮਾਵਾਂ ਤੁਹਾਡਾ ਰਾਹ ਉਡੀਕਿਆ ਕਰਨਗੀਆਂ। ਲੱਖਾਂ ਮਾਵਾਂ। ਹੋਇਆ ਵੀ ਇੰਝ ਦੀ। ਫਿਰ ਮੇਰੇ ਕਹਿਣ ਦਾ ਭਾਵ ਵੀ ਪਿਛਲੇ ਜਨਮਾਂ ਦੀ ਕਮਾਈ ਬਹੁਤ ਜ਼ਿਆਦਾ ਹੋਵੇ ਨਾ ਤੇ ਛੇਤੀ ਕਿਸੇ ਬੰਦੇ ਤੇ ਸ਼ਰਧਾ ਨਹੀਂ ਵੱਜਦੀ। ਪਰ 2 ਗੱਲਾਂ ਨੇ। ਇੱਕ ਹੁੰਦੀ ਅੰਦਰ ਤਰਕ ਵਾਲੀ ਬੁੱਧੀ। ਤਰਕੀ ਬੰਦੇ ਦੀ ਤੇ ਕਿਸੇ ਤੇ ਵੀ ਨਹੀਂ ਨਾ ਵੱਜਦੀ। ਤਰਕੀ ਦੀ ਤੇ ਗੁਰੂ ਤੇ ਨਹੀਂ ਵੱਜਦੀ ਜੀ। ਹੋਰ ਦੀ ਤੇ ਗੱਲ ਛੱਡ ਦਿਓ। ਇੱਕ ਹੁੰਦਾ ਜੋ ਅੰਦਰ ਬੰਦਾ ਲੱਭ ਰਿਹਾ ਹੁੰਦਾ, ਸ਼ਾਂਤੀ, ਟਿਕਾਓ, ਭਜਨ, ਅਭਿਆਸ। ਅੰਦਰ ਨੂੰ ਜੋ ਚਾਹੀਦਾ ਹੈ ਨਾ ਉਹ ਨਹੀਂ ਛੇਤੀ ਮਿਲਦਾ ਕਿਤੋਂ ਜੀ। ਉਹਦੇ ਵਾਸਤੇ ਓਨੀ ਕਮਾਈ ਵਾਲਾ ਸਾਹਮਣੇ ਪੁਰਸ਼ ਚਾਹੀਦਾ ਹੈ। ਭੱਟਾਂ ਨੂੰ ਕਿਸੇ ਕੋਲੋਂ ਅੰਦਰੋਂ ਸ਼ਾਂਤੀ ਨਹੀਂ ਸੀ ਮਿਲ ਰਹੀ। ਬੜਾ ਯਤਨ ਕੀਤਾ, ਕੋਈ ਐਸਾ ਪੁਰਸ਼ ਹੀ ਨਹੀਂ ਲੱਭਾ ਜਿਹਦੀ ਗੱਲ ਸੁਣਦਿਆਂ ਹੀ ਮਨ ਸ਼ਾਂਤ ਹੋ ਜਾਏ ਜੀ। ਹਾਂਜੀ। ਦੇਸ਼ ਵਿਦੇਸ਼ਨ ਸਗਰੇ ਫਿਰ ਕਰ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਫਿਰੇ ਜੀ।
ਲਗਭਗ ਸਾਰੇ ਪਾਸੇ ਫਿਰ ਲਿਆ ਉਹਨਾਂ ਨੇ। ਭਏ ਉਦਾਸ ਗਏ ਜਬ ਹਾਰ। ਉਦਾਸ ਹੋ ਗਏ ਤੇ ਹਾਰ ਗਏ ਵੀ ਸਾਨੂੰ ਗੁਰੂ ਨਹੀਂ ਲੱਭਿਆ। ਗੱਜ ਕੇ ਆਖੋ ਵਾਹਿਗੁਰੂ। ਉਤਰਿਓ ਗਰਭ ਅਹੈਂ ਜਗ ਮਹਿ ਅਹੈਂ ਹਮ ਜਗ ਮੈਂ। ਤੇ ਉਹ ਜਿਹੜਾ ਮਾਣ ਸੀ ਨਾ ਪਹਿਲੇ ਜਨਮ ਦਾ, ਉਹ ਲੱਥ ਗਿਆ ਵੀ ਜਗਤ ਵਿੱਚ ਅਸੀਂ ਸਾਰਿਆਂ ਨੂੰ ਗਿਆਨ ਦਿੰਦੇ ਆ। ਗਿਆਨ ਕੀ ਕਰੂ ਜਦੋਂ ਮਨ ਹੀ ਸ਼ਾਂਤ ਨਹੀਂ ਹੈਗਾ ਜੀ। ਤਾਊ ਨਾ ਦੇਖਿਓ ਬਿਨਾ ਬੇਕਾਰ। ਤਾਊ ਨਾ ਦੇਖਿਓ ਬਿਨਾ ਬੇਕਾਰ। ਸਾਧ ਸੰਗਤ ਜੀ ਉਹ ਹੁਣ ਵਕਾਰ ਬਿਨਾ, ਗੱਜ ਕੇ ਆਖੋ ਵਾਹਿਗੁਰੂ। ਹੁਣ ਉਹ ਵਕਾਰ ਹੀ ਵੇਖ ਰਿਹਾ ਜੀ ਸਾਰਾ ਗਿਆਨ ਆਪਣਾ। ਵਿਕਾਰ ਹੈ ਸਾਡਾ ਗਿਆਨ ਵੀ, ਮੂਰਖਤਾ ਹੀ ਹੈ। ਹਾਂਜੀ, ਜਾਂ ਤੇ ਸਤਿਗੁਰ ਸਭ ਤੇ ਦੀਰਘ। ਇਸ ਕਰਕੇ ਹੁਣ ਉਹ ਸਾਰੇ ਇਕੱਠੇ ਹੋ ਕੇ ਸੋਚ ਰਹੇ ਆ ਸਾਨੂੰ ਕੋਈ ਪੂਰਾ ਗੁਰੂ ਮਿਲੇ। ਪੂਰਾ ਗੁਰੂ ਹੀ ਸਭ ਤੋਂ ਵੱਡਾ ਹੁੰਦਾ। ਹੱਥ ਜੋੜੋ, ਸਾਡੇ ਗੁਰੂ ਜੀ ਪੂਰੇ ਨੇ ਨਾ। ਹੱਥ ਜੋੜ ਕੇ ਕਹੀਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧਰਤੀ ਤੇ ਤੁਰ ਰਹੇ ਆ, ਫਿਰ ਰਹੇ ਆ, ਸੋਚ ਰਹੇ ਆ ਪੂਰਾ ਗੁਰੂ ਹੀ ਸਭ ਤੋਂ ਵੱਡਾ ਹੁੰਦਾ। ਹਾਂਜੀ, ਜਿਨ ਕੇ ਮਿਲਤ ਸ਼ਾਂਤ ਚਿਤ ਪਾਏ। ਜਿਹਨੂੰ ਮਿਲਿਆ ਸ਼ਾਂਤੀ ਮਿਲਦੀ ਹੈ, ਧੀਰਜ ਮਿਲਦਾ ਹੈ, ਟਿਕਾਓ ਮਿਲਦਾ ਹੈ। ਬਿਨਾ ਗਰਭ ਤੇ ਸਰਬ ਪਏ ਜਬ ਸੁਧਾ ਸਰੋਵਰ ਕੀ ਦਿਸ਼ ਆਏ। ਤੇ ਬਿਨਾ ਗਰਭ ਤੇ ਸਰਬ ਭਏ ਜਬ, ਜਦੋਂ ਬਿਲਕੁਲ ਹੀ ਹੰਕਾਰ ਨਾਸ ਹੋਇਆ ਨਾ, ਬਿਲਕੁਲ ਸਾਰੀ ਹਉਮੈ ਨਾਸ ਹੋ ਗਈ ਤੇ ਬਿਲਕੁਲ ਕੰਮ ਐ ਸੈੱਟ ਹੋ ਗਿਆ। ਫਿਰ ਕਿਸੇ ਨੇ ਦੱਸਿਆ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਰਹਿੰਦੇ ਨੇ। ਹਾਂਜੀ, ਤੇ ਫਿਰ ਸੁਧਾ ਸਰੋਵਰ ਕੀ ਦਿਸ਼ ਆਏ। ਫਿਰ ਅੰਮ੍ਰਿਤਸਰ ਵਾਲੇ ਪਾਸੇ ਆਏ। ਮਹਿਮਾ ਸੁਨਤ ਅਨੇਕ ਲੋਕ ਤੇ। ਬੜੇ ਲੋਕਾਂ ਕੋਲੋਂ ਮਹਾਰਾਜ ਦੀ ਮਹਿਮਾ ਸੁਣੀ ਜੀ। ਫਿਰ ਜੀ ਉਹ ਸਮਾਂ ਜੋ ਆ ਗਿਆ ਜੀ, ਹਉਮੈ ਨਾਸ ਹੋ ਗਈ ਸਾਰੀ, ਸਮਾਂ ਆ ਗਿਆ ਜੀ। ਸ਼੍ਰੀ ਅੱਛਾ, ਇਹ ਵੀ ਗੱਲ 'ਚ ਜੇ ਹਉਮੈ ਨਾਸ ਨਾ ਹੁੰਦੀ ਤੇ ਇੱਕ ਦੇ 11 ਸਾਲ ਵੀ ਲੱਗ ਸਕਦੇ ਸੀਗੇ ਜੀ। ਕਮਾਈ ਸੀਗੀ, ਛੇਤੀ ਨਾਸ ਹੋ ਗਈ ਜੀ। ਹਾਂਜੀ, ਸ਼੍ਰੀ ਅਰਜਨ ਸਤਿਗੁਰ ਸੁਖ ਦਾਏ। ਤੇ ਪਤਾ ਇਹ ਲੱਗਾ ਵੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸਾਰੇ ਸੁੱਖ ਨੇ। ਹਾਂਜੀ, ਭਿੱਖੇ ਸਹਿਤ ਸਕਲ ਹੀ ਮਿਲ ਕੇ। ਫਿਰ ਉਹ ਭਿੱਖਾ ਜੀ, ਜਿਨ੍ਹਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਮੈਂ ਖੁਦ ਬ੍ਰਹਮਾ ਹਾਂ, ਗੱਜ ਕੇ ਆਖੋ ਵਾਹਿਗੁਰੂ। ਭਿੱਖਾ ਜੀ, ਭਿੱਖਾ ਜੀ ਦੇ ਨਾਲ ਸਾਰੇ ਮਿਲ ਕੇ ਦਰਸ਼ਨ ਹਿਤ ਚਿਤ ਚੌਂਪ ਬਢਾਏ। ਤੇ ਫਿਰ ਦਰਸ਼ਨਾਂ ਵਾਸਤੇ ਆ ਰਹੇ ਨੇ। ਇਹਨਾਂ ਦੇ ਮਨ ਵਿੱਚ ਬੜਾ ਹੀ ਚੌਂਪ ਹੈ, ਚਾਉ ਹੈ। ਹਾਂਜੀ, ਗੁਣ ਕੋ ਸੁਨਤ ਸ਼ਾਂਤ ਹੋਏ ਆਈ। ਸ਼੍ਰੀ ਅਰਜਨ ਕੋ ਸਿਮਰਤ ਨਾਮ। ਮਹਾਰਾਜ ਜੀ ਦਾ ਨਾਮ ਸੁਣਦੇ ਆ ਨਾ, ਇਹ ਗੁਣ ਸੁਣਦੇ ਆ, ਇਹਨਾਂ ਨੂੰ ਸ਼ਾਂਤੀ ਜੀ ਮਿਲਣ ਲੱਗ ਪਈ ਜੀ। ਕੀ ਗੁਣ ਸੁਣਿਆ ਵੀ ਵੱਡਾ ਭਰਾ ਵਿਰੋਧ ਕਰਦਾ ਸੀਗਾ, ਸਿਰ ਤੇ ਰੱਖੀ ਹੋਈ ਪੱਗ ਲੈ ਗਿਆ। ਗੁਰੂ ਅਰਜਨ ਦੇਵ ਜੀ ਸ਼ਾਂਤ ਹੀ ਰਹੇ ਜੀ। ਉਹ ਨਹੀਂ ਕਿਸੇ ਨੂੰ ਮਾੜਾ ਬੋਲੇ। ਜਦੋਂ ਇਹਨਾਂ ਮਹਾਰਾਜ ਦੇ ਗੁਣ ਸੁਣੇ, ਗੁਣ ਸੁਣ ਕੇ ਹੀ ਸ਼ਾਂਤੀ ਮਿਲਣ ਲੱਗ ਪਈ। ਸਭ ਪਹੁੰਚੇ ਹਰ ਮੰਦਰ ਅੰਦਰ। ਫਿਰ ਸਾਰੇ ਕਿੱਥੇ ਆਏ ਨੇ? ਹਰਮੰਦਰ ਸਾਹਿਬ ਦੇ ਅੰਦਰ ਆਏ ਨੇ। ਦਰਸ਼ਨ ਪਿਖਿਓ ਅਜਬ ਅਭਿਰਾਮ। ਤੇ ਫਿਰ ਪਿਛਲੇ ਜਨਮਾਂ ਦਾ ਗਿਆਨ ਧਿਆਨ ਖੁੱਲਣ ਲੱਗਾ ਜੀ ਸਾਰਾ। ਹਿੰਦੂ ਧਰਮ ਦੇ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਫਿਰ ਅਲੌਕਿਕ ਦਰਸ਼ਨ ਹੋਏ ਇਹਨਾਂ ਨੂੰ ਜੀ। ਹਾਂਜੀ, ਸ਼ਿਆਮ ਸਰੂਪ ਅਨੂਪ ਚਤੁਰ ਭੁਜ। ਕੀ ਹੈ? ਸ਼ਿਆਮ ਰੂਪ ਹੈ। ਬਾਕੀ ਸਭ ਨੂੰ ਤੇ ਗੁਰੂ ਅਰਜਨ ਦੇਵ ਜੀ ਦੇ ਹੀ ਦਰਸ਼ਨ ਹੋ ਰਹੇ ਆ। ਇਹਨਾਂ ਨੂੰ ਮਹਾਰਾਜ ਜੀ ਦੀਆਂ 4 ਬਾਹਾਂ ਦਿਸ ਰਹੀਆਂ ਨੇ ਜੀ। ਹਾਂਜੀ, ਸੁੰਦਰ ਬਦਨ ਸੋ ਸ਼ਬ ਕੋ ਧਾਮ। ਸੁੰਦਰ ਮੁਖੜਾ, ਸੋਹਣਾ, ਗੁਣਾਂ ਦਾ ਘਰ ਇਹਨਾਂ ਨੂੰ ਨਜ਼ਰ ਆ ਰਿਹਾ ਹੈ। 4 ਸਾਰੇ ਆਮ ਵਿਅਕਤੀ ਬਣ ਕੇ ਆਏ ਜੀ ਉੱਥੇ। ਹਾਂਜੀ, ਮਹਾ ਜੋਤ ਜਾਗਤ ਚਹੁ ਦਿਸ਼ ਮੈਂ। ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਇਹਨਾਂ ਨੂੰ ਨਜ਼ਰ ਆ ਰਿਹਾ ਜੀ। ਹੁਣ ਦੇਖੋ ਇੱਕ ਗੱਲ ਨੋਟ ਕਰਿਓ,
ਅਸੀਂ ਇੱਥੇ ਬੈਠੇ ਹਾਂ, ਸਾਨੂੰ ਨਹੀਂ ਪਤਾ ਹੁਣੇ ਕੋਈ ਕਮਾਈ ਵਾਲਾ ਆ ਜੇ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਇੰਝ ਹੀ ਵਰਤਾਰਾ ਹੋਣਾ ਹੈ ਜੀ। ਇੱਕ ਪ੍ਰੇਮੀ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ, ਉਹਨਾਂ ਦਾ ਸੰਗੀ ਸਾਥੀ ਸੀਗਾ ਜੀ। ਕੀਰਤਨ ਕਥਾ ਸੁਣ ਕੇ ਘਰ ਵਾਪਸ ਆਇਆ, ਜਿਸ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਸਨ, ਆਪਣੇ ਘਰ ਆਇਆ ਸੁਖਾਸਨ ਕਰਨ ਵਾਸਤੇ, ਦਰਵਾਜ਼ਾ ਖੋਲ੍ਹਿਆ, ਸਾਰੇ ਕਮਰੇ 'ਚ ਹੀ ਚਾਨਣ ਚਾਨਣ ਹੋਇਆ ਪਿਆ ਜੀ। ਇਹਨਾਂ ਨੂੰ ਚਾਨਣ ਹੀ ਚਾਨਣ ਵਿਖ ਰਿਹਾ ਜੀ। ਹਾਂਜੀ, ਕਰਤ ਅਨੇਕ ਸੋ ਨਮਰ ਪ੍ਰਣਾਮ। ਤੇ ਫਿਰ ਕੀ ਵੇਖਣ ਦੇ ਆ, ਅਨੇਕਾਂ ਹੀ ਦੇਵਤੇ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰਾਂ ਕਰ ਰਹੇ ਨੇ। ਹਾਂਜੀ, ਕਮਲਾ ਕਰ ਕਮਲਨ ਪਦ ਕਮਲ ਜੇ, ਮ੍ਰਿਦਲ ਪਰਲੋਸਤ ਪ੍ਰੀਤ ਵਿਸਾਲ। ਤੇ ਕੀ ਵੇਖਦੇ ਆ, ਖੁਦ ਦੇਵੀਆਂ ਲక్ష్ਮੀ ਦੇਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋਤੀ ਹੋਈ ਹੈ, ਚਰਨਾਂ ਦੀ ਸੇਵਾ ਕਰ ਰਹੀ ਹੈ। ਇਹਨਾਂ ਨੂੰ ਇਹ ਦਰਸ਼ਨ ਹੋ ਰਹੇ ਹੈ। ਹਾਂਜੀ, ਸ਼ੁਭਤ ਸੇਖ ਸਾਈਂ ਬੜ ਸ਼ੋਭਾ, ਦ੍ਰਿਗ ਬਿਸਤਰ ਤਕੋਰ ਕੋਰ ਜੁਗ ਲਾਲ। ਤੇ ਸਾਧ ਸੰਗਤ ਜੀ ਸੋਹਣੀ ਸੇਜਾ ਤੇ ਮਹਾਰਾਜ ਗਰੀਬ ਨਵਾਜ ਆਰਾਮ ਨਾਲ ਬੈਠੇ ਆ, ਚਾਨਣ ਹੀ ਚਾਨਣ ਹੈ, ਚਾਰ ਬਾਹਾਂ ਦੇ ਦਰਸ਼ਨ ਹੋ ਰਹੇ ਆ। ਤੇ ਸਾਧ ਸੰਗਤ ਜੀ ਇਹਨਾਂ ਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਖੁਦ ਅਕਾਲ ਪੁਰਖ ਜੀ ਹਨ। ਕੱਜ ਕੇ ਆਖੋ ਵਾਹਿਗੁਰੂ। ਹਿੰਦੂ ਧਰਮ ਸਨ ਨਾ ਇਹਨਾਂ ਦਾ, ਜਿਵੇਂ ਦਾ ਇਹਨਾਂ ਨੇ ਸੋਚਿਆ ਸੀ ਵੀ ਰੱਬ ਇਹੋ ਜਿਹਾ ਹੁੰਦਾ ਹੈ ਜੀ, ਉਹੋ ਜਿਹੇ ਰੂਪ ਦੇ ਹੀ ਦਰਸ਼ਨ ਹੋ ਗਏ ਜੀ। ਜੈਸਾ ਰੂਪ ਇਹਨਾਂ ਚਿਤਵਿਆ ਸੀ ਨਾ, ਵੈਸੇ ਰੂਪ ਦੇ ਦਰਸ਼ਨ ਹੋ ਗਏ। ਮਹਾਰਾਜ ਬਾਣੀ 'ਚ ਲਿਖਦੇ, ਜਿਤੜੇ ਫਲ ਮਨ ਬਾਂਛੀਆਂ ਹੈ, ਤਿਤੜੇ ਸਤਿਗੁਰ ਪਾਸ। ਇੱਥੇ ਤੇ ਜਿਹਾ ਭਾਓ ਤੇਹਾ ਫਲ ਪਾਈਆ, ਜਿਹੋ ਜਿਹਾ ਰੱਬ ਦਾ ਰੂਪ ਵੇਖਿਆ ਉਹੋ ਜਿਹੇ ਦਰਸ਼ਨ ਹੋ ਗਏ ਜੀ। ਹਾਂਜੀ, ਪੀਤੰਬਰ ਸਭ ਅੰਗ ਵਿਭੂਖਨ, ਵੱਡੇ ਵਿਭੂਖਤ ਗਰ ਬਨਮਾਲ। ਸੀਸ ਕਰੀਟ ਕੇਸ ਮ੍ਰਿਦਲ ਮੇਚਕ, ਕੁੰਗਰਿਆਲੇ ਸ਼ੋਭਤ ਭਾਲ। ਸੱਚੇ ਪਾਤਸ਼ਾਹ ਜੀ ਦੀ ਸੁੰਦਰਤਾ ਇਹਨਾਂ ਨੂੰ ਬਹੁਤ ਵਿਚਿੱਤਰ ਨਜ਼ਰ ਆ ਰਹੀ ਹੈ। ਪੀਲੇ ਬਸਤਰ ਪਾਏ ਹੋਏ ਹੈ, ਤਨ ਤੇ ਗਹਿਣੇ ਪਾਏ ਹੋਏ ਹੈ, ਖੁਦ ਦੇਵੀ ਚਰਨ ਘੁੱਟ ਰਹੀ ਹੈ। ਲੱਖਾਂ ਦੇਵਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨੂੰ ਆ ਕੇ ਨਮਸਕਾਰਾਂ ਕਰ ਰਹੇ ਹੈ। ਪ੍ਰਕਾਸ਼ ਹੀ ਪ੍ਰਕਾਸ਼ ਹੈ, ਕੱਲੇ ਇੱਕ ਭੱਟ ਨੂੰ ਨਹੀਂ ਦਿਖਿਆ, ਜਿੰਨੇ ਭੱਟ ਨੇ ਸਾਰਿਆਂ ਨੂੰ ਇਹੋ ਹੀ ਦਰਸ਼ਨ ਹੋਏ ਜੀ। ਫਿਰ ਜੀ ਜਿੰਨੇ ਭੱਟ ਨੇ ਨਾ, ਸਾਰਿਆਂ ਨੂੰ ਫਿਰ ਇਹੋ ਹੀ ਦਰਸ਼ਨ ਹੋਏ ਜੀ। ਸੋ ਫਿਰ ਇਹ ਮਹਾਰਾਜ ਦੀ ਸਿਫਤ ਵਡਿਆਈ ਸੋਭਾ ਜਿਵੇਂ ਕਰਦੇ ਆ, ਉਹ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਗਰੀਬ ਨਵਾਜ ਕਿਰਪਾ ਕਰਨ। ਸਾਧ ਸੰਗਤ ਜੀ ਜੈਸਾ ਇਹਨਾਂ ਨੂੰ ਰੂਪ ਚਾਹੀਦਾ ਸੀ ਵੈਸੇ ਦਰਸ਼ਨ ਹੋ ਗਏ। ਗੁਰੂ ਜੀ ਦੇ ਦਰਸ਼ਨ ਕਰਕੇ ਸ਼ਾਂਤੀ ਪ੍ਰਾਪਤ ਹੋਈ ਹੈ, ਟਿਕਾਓ ਮਿਲਿਆ। ਮਹਾਰਾਜ ਕਿਰਪਾ ਕਰਨ। ਸਾਡੇ ਏਡੇ ਵੱਡੇ ਗੁਰੂ ਨੇ, ਸਾਡੇ ਗੁਰੂ ਜੀ ਪੂਰੇ ਨੇ। ਪੰਕਤੀ ਪੜੋ ਫਿਰ ਖਿਮਾ ਮੰਗਾ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਸ਼ਰਧਾ ਧਾਰ ਕੇ, ਮਨ 'ਚ ਸ਼ਰਧਾ ਧਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਪੰਕਤੀ ਪੜੋ। ਗੁਰਪੂਰਾ ਮੇਰਾ ਗੁਰਪੂਰਾ, 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 ਗੁਰਪੂਰਾ ਮੇਰਾ ਗੁਰਪੂਰਾ।
ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਦਇਆ ਕਰਨ। ਇਹ ਸਾਰਾ ਕੁਝ ਸੁਣ ਕੇ ਸਾਡਾ ਭਰੋਸਾ ਬਣੇ ਗੁਰੂ ਜੀ ਤੇ ਜੀ। ਹਾਂਜੀ, ਵੇਦ ਵੀ ਸਰੀਰ ਧਾਰਨ ਕਰਕੇ ਸਾਡੇ ਗੁਰੂ ਜੀ ਦਾ ਜਸ ਕਰਦੇ ਨੇ ਜੀ। ਵੇਦ ਜਿਹੜੇ ਨੇ ਉਹ ਵੀ ਸਰੀਰ ਧਾਰਨ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੁੱਖ ਮਾਣਦੇ ਆ। ਤੇ ਅਸੀਂ ਤੇ ਹੈ ਹੀ ਮਹਾਰਾਜ ਦੇ ਚਰਨਾਂ ਵਿੱਚ ਆ ਜੀ। ਗਰੀਬ ਨਵਾਜ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।